ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਸੂਹੀ ਮਹੱਲਾ ਪਹਿਲਾ। ਚੌਪਦੇ ਘਰ ਪਹਿਲਾ। ਭਾਂਡਾ ਧੋਏ ਬੈਸ ਧੂਪ ਦੇਵਹੁ, ਤੋ ਦੂਧੈ ਕੋ ਜਾਵਹੁ। ਦੂਧ ਕਰਮ ਪੁਨ ਸੁਰਤ ਸਮਾਇਣ, ਹੋਏ ਨਰਾਸ ਜਮਾਵਹੁ। ਭਾਂਡਾ ਧੋਏ ਬੈਸ ਧੂਪ ਦੇਵਹੁ, ਤੋ ਦੂਧੈ ਕੋ ਜਾਵਹੁ। ਦੂਧ ਕਰਮ ਪੁਨ ਸੁਰਤ ਸਮਾਇਣ, ਹੋਏ ਨਰਾਸ ਜਮਾਵਹੁ। ਜਪਹੁ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਰਹਾਉ ਏ ਮਨ ਈਟੀ ਹਾਥ ਕਰੋ, ਹੁਨ ਨੇਤਰੋ ਨੀਂਦ ਨ ਆਵੈ। ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦ ਅੰਮ੍ਰਿਤ ਪਾਵਹੁ। ਮਨ ਸੰਪਟ ਜਿਤ ਸਤ ਸਰ ਨਾਵਣ, ਪਾਵਨ ਪਾਤੀ ਤ੍ਰਿਪਤ ਕਰੇ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਬਤ ਰਹੈ। ਕਹਿੰਦੇ ਕਹੇ ਕਹੇ ਕਹਿ ਜਾਵੈ, ਤੁਮ ਸਰ ਅਵਰ ਨ ਕੋਈ। ਭਗਤ ਹੀਣ ਨਾਨਕ ਜਨ ਜੰਪੈ, ਹਉਸਲਾਹੀ ਸੱਚਾ ਸੋਈ। ਭਗਤ ਹੀਣ ਨਾਨਕ ਜਨ ਜੰਪੈ, ਹਉਸਲਾਹੀ ਸੱਚਾ ਸੋਈ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਜੋ ਸ਼ਬਦ ਆਪਾਂ ਹੁਣੇ ਸਰਵਣ ਕੀਤਾ, ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਉਹਨਾਂ ਦੇ 728 ਅੰਗ ਉੱਪਰ ਸੁਭਾਈਮਾਨ ਹੈ। ਗੁਰਮੁਖ ਪਿਆਰਿਓ, ਪਹਿਲਾਂ ਆਪਾਂ ਬੱਚਿਆਂ ਤੋਂ ਕੀਰਤਨ ਸਰਵਣ ਕੀਤਾ, ਹੁਣ ਸਮਾਂ ਹੈ ਸ਼ਬਦ ਦੀ ਵਿਚਾਰ ਦਾ। ਕਿਉਂਕਿ ਕੀਰਤਨ ਦੇ ਨਾਲ ਮਨ ਤਿਆਰ ਹੋਇਆ ਹੁੰਦਾ, ਤੇ ਜਦੋਂ ਕਹਿੰਦੇ ਲੋਹਾ ਗਰਮ ਹੋਵੇ ਉਦੋਂ ਸੱਟ ਮਾਰ ਦਿੱਤੀ ਜਾਵੇ ਤਾਂ ਉਹਦੀ ਕੋਈ ਨਾ ਕੋਈ ਸ਼ੇਪ ਬਣ ਜਾਂਦੀ ਆ। ਜਿਵੇਂ ਕੋਈ ਰੰਬਾ ਜਾਂ ਕੋਈ ਹੋਰ ਕੰਮ ਦੀ ਚੀਜ਼ ਬਣਾਉਣੀ ਆ ਤਾਂ ਉਹਨੂੰ ਗਰਮ ਕੀਤਾ ਜਾਂਦਾ, ਗਰਮ ਕਰਕੇ ਫਿਰ ਉਹਦੇ 'ਤੇ ਸੱਟਾਂ ਮਾਰੀਆਂ ਜਾਂਦੀਆਂ ਤੇ ਫਿਰ ਉਹਦੀ ਸ਼ੇਪ ਬਣ ਜਾਂਦੀ ਹੈ। ਇਸੇ ਤਰ੍ਹਾਂ ਕੀਰਤਨ ਦੇ ਨਾਲ ਮਨ ਤਿਆਰ ਹੁੰਦੇ ਆ ਸ਼ਬਦ ਦੀ ਵਿਚਾਰ ਵਾਸਤੇ। ਆਓ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਸ਼ਬਦ ਦੀ ਵਿਚਾਰ ਨੂੰ ਸਰਵਣ ਕਰੀਏ ਜੀ। ਇੱਕ ਓੰਕਾਰ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਲਾ ਬੀਠਲ ਗੋਡ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਸੁਪਰੀਮ ਪਾਵਰ, ਉਹ ਇੱਕ ਹੈ ਤੇ ਇੱਕ ਰਸ ਵਿਆਪਕ ਹੈ। ਸਤਨਾਮ, ਉਹ ਪਰਮਾਤਮਾ ਦਾ ਨਾਮ ਸੱਚਾ ਹੈ, ਸੱਤਿਆ ਵਾਲਾ ਹੈ, ਤਾਕਤ ਵਾਲਾ ਹੈ, ਮਨੁੱਖ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ।
ਕਿਉਂਕਿ ਪ੍ਰਮਾਤਮਾ ਵੀ ਸੱਚ ਹੈ ਤੇ ਪ੍ਰਮਾਤਮਾ ਦਾ ਨਾਮ ਵੀ ਸੱਚ ਹੈ। ਸਤਨਾਮ ਕਰਤਾ ਪੁਰਖ, ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਕਰਤੇ ਹਨ, ਸਾਰਿਆਂ ਨੂੰ ਬਣਾਉਣ ਵਾਲੇ ਹਨ ਅਤੇ ਏਕਾ ਪੁਰਖ ਸੁਬਾਈ ਨਾਰ, ਅਸੀਂ ਸਾਰੀਆਂ ਜੀਵ ਇਸਤਰੀਆਂ ਹਾਂ ਤੇ ਉਹ ਪ੍ਰਮਾਤਮਾ ਵਾਹਿਗੁਰੂ ਸਾਰਿਆਂ ਦੇ ਪਤੀ ਹਨ, ਪੁਰਖ ਹਨ। ਨਿਰਭਉ ਨਿਰਵੈਰ, ਉਹ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਨਿਰਭਉ ਹਨ, ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ, ਡਰ ਰਹਿਤ ਮੂਰਤ ਹੈ ਪ੍ਰਮਾਤਮਾ ਦੀ। ਨਿਰਵੈਰ, ਉਹ ਪ੍ਰਮਾਤਮਾ ਦਾ ਕਿਸੇ ਦੇ ਨਾਲ ਬੈਰ ਵੀ ਨਹੀਂ ਹੈ। ਅਕਾਲ ਮੂਰਤ, ਉਹ ਪ੍ਰਮਾਤਮਾ ਦੀ ਹਸਤੀ ਹੋਂਦ ਕਾਲ ਤੋਂ ਪਰੇ ਹੈ। ਮੌਤ, ਸਮਾਂ ਜਾਂ ਮੌਤ ਉਹ ਪ੍ਰਮਾਤਮਾ 'ਤੇ ਕੋਈ ਅਸਰ ਨਹੀਂ ਕਰ ਸਕਦੀ। ਅਜੂਨੀ, ਉਹ ਪ੍ਰਮਾਤਮਾ ਜੰਮਦੇ ਨਹੀਂ ਹੈ, ਜੇ ਜੰਮਣ ਤਾਂ ਜਿਹੜੀ ਜਨਮੰ ਤਾਂ ਮਰਨ ਤਾਂ ਮੌਤ ਹੋਵੇਗੀ। ਉਹ ਪ੍ਰਮਾਤਮਾ ਵਾਹਿਗੁਰੂ ਜੰਮਣ ਮਰਨ ਤੋਂ ਉੱਪਰ ਹਨ, ਅਜੂਨੀ ਹਨ। ਸੈਭੰ, ਤੇ ਆਪਣੇ ਆਪ ਵਿੱਚ ਪ੍ਰਗਟ ਹਨ। ਸੈਭੰ, ਸੁਤੇ ਪ੍ਰਕਾਸ਼ ਹਨ ਤੇ ਗੁਰ ਪ੍ਰਸਾਦ, ਐਸੇ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਗੁਰੂ ਦੀ ਕਿਰਪਾ ਦੇ ਨਾਲ ਮਿਲਿਆ ਜਾ ਸਕਦਾ, ਮਿਲਾਪ ਹੋ ਸਕਦਾ, ਮਹਿਸੂਸ ਕੀਤਾ ਜਾ ਸਕਦਾ। ਪਹਿਲਾਂ ਪ੍ਰਮਾਤਮਾ ਦਾ ਐਡਰੈਸ ਦਿੱਤਾ, ਸਤਿਗੁਰਾਂ ਨੇ ਸਮਝਾਇਆ, ਕਿਉਂਕਿ ਜਿੰਨਾ ਚਿਰ ਸਾਡਾ ਨਿਸ਼ਾਨਾ ਨਹੀਂ ਹੋਏਗਾ, ਜਿੰਨਾ ਚਿਰ ਸਾਡੇ ਕੋਲ ਟੀਚਾ ਨਹੀਂ ਹੋਏਗਾ, ਮੰਜ਼ਿਲ ਨਹੀਂ ਹੋਏਗੀ ਸਾਡੀ, ਉਨਾ ਚਿਰ ਅਸੀਂ ਪ੍ਰਾਪਤੀ ਵੱਲ ਨੂੰ ਕਿਵੇਂ ਜਾਵਾਂਗੇ, ਕਿਵੇਂ ਚੱਲਾਂਗੇ। ਜਿਵੇਂ ਕਮਲਾ ਬੰਦਾ ਕਦੇ ਕਿੱਧਰਲੇ ਪਾਸੇ ਨੂੰ ਚੱਲ ਪੈਂਦਾ, ਕਦੇ ਕਿੱਧਰਲੇ ਪਾਸੇ ਨੂੰ, ਉਹਦੀ ਕੋਈ ਮੰਜ਼ਿਲ ਨਹੀਂ ਹੁੰਦੀ, ਉਹਦਾ ਕੋਈ ਟੀਚਾ ਨਹੀਂ ਹੁੰਦਾ ਤੇ ਉਹ ਤੁਰਦਾ ਤਾਂ ਬਹੁਤ ਆ ਪਰ ਕਿਸੇ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ। ਇਸੇ ਤਰ੍ਹਾਂ ਜੇ ਸਾਡੀ ਮੰਜ਼ਿਲ ਨਹੀਂ, ਟੀਚਾ ਨਹੀਂ, ਨਿਸ਼ਾਨਾ ਨਹੀਂ, ਅਸੀਂ ਕਿੱਥੇ ਪਹੁੰਚਾਂਗੇ। ਸੋ ਇਹ ਗੁਣਾਂ ਦੇ ਰੂਪ ਦੇ ਵਿੱਚ ਪ੍ਰਮਾਤਮਾ ਨੇ ਪ੍ਰਗਟ ਹੋ ਜਾਣਾ। ਇੱਕ ਓੰਕਾਰ, ਉਹ ਪ੍ਰਮਾਤਮਾ ਇੱਕ ਹੈ। ਐ ਮੇਰੇ ਮਨਾ ਤੂੰ ਵੀ ਇੱਕ ਹੋ, ਤੇਰੀਆਂ ਵੀ ਬਿਰਤੀਆਂ ਸੁਰਤੀਆਂ ਜਿਹੜੀਆਂ ਖਿੰਡੀਆਂ ਹੋਈਆਂ ਉਹਨਾਂ ਨੂੰ ਇੱਕ ਕਰ। ਇੱਕ ਕਰਨ ਦੇ ਵਿੱਚ ਕੋਸ਼ਿਸ਼ ਕਰਿਆ ਕਰ। ਅਗਰ ਦੋ ਜਾਣੇ ਲੜੇ ਆ ਤਾਂ ਉਹਨਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰਿਆ ਕਰ ਤੇ ਜਿਹੜੇ ਪਾਟਕ ਨਾ ਪੁਆੜੇ ਉਹ ਨਾ ਪਾਇਆ ਕਰ, ਕਿਉਂਕਿ ਤੇਰੇ ਅੰਦਰ ਇੱਕ ਓੰਕਾਰ ਦਾ ਗੁਣ ਆਵੇਗਾ। ਫਿਰ ਇਹ ਜਿਹੜੀ ਦਵੈਤ ਖਤਮ ਹੋ ਜਾਵੇਗੀ ਮਨੁੱਖ ਦੇ ਅੰਦਰ ਜਦੋਂ ਇਹ ਗੁਣ ਆਵੇਗਾ। ਸਤਨਾਮ, ਤੇ ਮਨੁੱਖ ਜਦੋਂ ਸੱਚ ਬੋਲਣ ਲੱਗ ਜਾਵੇਗਾ, ਸੱਚੀ ਗੱਲ ਕਰਨ ਲੱਗ ਜਾਵੇਗਾ, ਸੱਚ ਦੇਖਣ ਲੱਗ ਜਾਵੇਗਾ, ਸੱਚ ਸੁਣਨ ਲੱਗ ਜਾਵੇਗਾ, ਸੱਚ ਨੂੰ ਅੰਦਰ ਲੈ ਜਾਵੇਗਾ, ਗੁਰਬਾਣੀ ਨਾਲ ਜੁੜ ਜਾਵੇਗਾ ਤਾਂ ਇਹਦੇ ਅੰਦਰ ਚਾਨਣ ਹੋ ਜਾਏਗਾ, ਪ੍ਰਕਾਸ਼ ਹੋ ਜਾਏਗਾ। ਇਹ ਸਤਨਾਮ ਦਾ ਗੁਣ ਹੈ। ਕਰਤਾ ਪੁਰਖ, ਤੇ ਉਹ ਪ੍ਰਮਾਤਮਾ ਕੁਝ ਨਾ ਕੁਝ ਬਣਾਉਂਦੇ ਆ, ਕਰਤੇ ਆ, ਤੇ ਮਨੁੱਖ ਤੂੰ ਢਾਉਣ ਦੀ ਕੋਸ਼ਿਸ਼ ਨਾ ਕਰੀ। ਜਿੱਥੇ ਕੁਝ ਨਾ ਕੁਝ ਬਣਦਾ ਉੱਥੇ ਪ੍ਰਮਾਤਮਾ ਦਾ ਵਾਸਾ ਹੁੰਦਾ, ਜਿੱਥੇ ਢਹਿੰਦਾ ਉੱਥੇ ਦੈਤਾਂ ਦਾ ਵਾਸਾ ਹੁੰਦਾ। ਜੇ ਉਹ ਪ੍ਰਮਾਤਮਾ ਕਰਤਾ ਪੁਰਖ ਆ ਤਾਂ ਤੇਰੇ ਅੰਦਰ ਵੀ ਇਹ ਸਿੱਖਾ, ਜਦੋਂ ਇਹ ਗੁਣ ਪ੍ਰਗਟ ਹੋ ਗਿਆ ਤੂੰ ਵੀ ਕੁਝ ਨਾ ਕੁਝ ਚੰਗੇ ਕੰਮ ਕਰੇਗਾ। ਨਿਰਭਉ ਨਿਰਵੈਰ, ਉਹ ਪ੍ਰਮਾਤਮਾ ਅਕਾਲ ਪੁਰਖ ਨਿਰਭਉ ਤੇ ਨਿਰਵੈਰ ਹਨ। ਹੇ ਸਿੱਖਾ, ਜੇ ਤੂੰ ਉਹ ਪ੍ਰਮਾਤਮਾ ਨਾਲ ਜੁੜ ਜਾਵੇਂਗਾ ਤੇਰੇ ਡਰ ਡੁੱਕਰ ਸਾਰੇ ਖਤਮ ਹੋ ਜਾਣਗੇ। ਵਹਿਮ ਭਰਮ ਤੌਖਲੇ ਜਾਦੂ ਟੂਣੇ ਸਾਰੇ ਜੰਜਾਲਾਂ ਤੋਂ ਉੱਪਰ ਹੋ ਜਾਏਗਾ। ਤੇ ਨਿਰਵੈਰ, ਤੇ ਕਿਸੇ ਦੇ ਨਾਲ ਤੇਰਾ ਵੈਰ ਨਹੀਂ ਰਹੇਗਾ। ਅਕਾਲ ਮੂਰਤ, ਤੇਰੇ ਅੰਦਰ ਸਿੱਖਾ ਜਦੋਂ ਇਹ ਗੁਣ ਆਵੇਗਾ ਤੂੰ ਸਮੇਂ ਦੀ ਮਾਰ ਤੋਂ ਉੱਪਰ ਉੱਠ ਖੜੇਗਾ। ਤੂੰ ਸਮੇਂ ਨੂੰ ਦੇਖ ਕੇ ਬਦਲੇਗਾ ਨਹੀਂ, ਅਕਾਲ ਦੇ ਨਾਲ ਜੁੜ ਜਾਵੇਂਗਾ, ਕਾਲ ਤੋਂ ਉੱਪਰ ਹੋ ਜਾਵੇਂਗਾ। ਆਤਮਕ ਮੌਤ ਨਹੀਂ ਹੋਵੇਗੀ ਤੇਰੀ। ਅਜੂਨੀ, ਜਦੋਂ ਤੇਰੇ ਅੰਦਰ ਇਹ ਗੁਣ ਪੈਦਾ ਹੋ ਗਿਆ ਤਾਂ ਸਤਿਗੁਰ ਕੇ ਜਨਮੈ ਗਗਨ ਮਟਾਇਆ ਵਾਲਾ ਕਾਰਜ ਹੋ ਜਾਵੇਗਾ। ਤੇਰਾ ਜੰਮਣ ਮਰਨ ਮੁੱਕ ਜਾਵੇਗਾ, ਜੰਮਣ ਮਰਨ ਤੋਂ ਉੱਪਰ ਹੋ ਜਾਏਗਾ। ਸੈਭੰ, ਸੁਤੇ ਪ੍ਰਕਾਸ਼, ਤੇਰੇ ਅੰਦਰ ਸਿੱਖਾ ਜਦੋਂ ਤੇਰੇ ਅੰਦਰ ਇਹ ਗੁਣ ਪੈਦਾ ਹੋਵੇਗਾ, ਜਦੋਂ ਗੁਰਬਾਣੀ ਤੇਰੇ ਅੰਦਰ ਜਾਵੇਗੀ, ਇਹ ਗਿਆਨ ਆ ਜਿਹੜਾ ਇਹ ਸੈਭੰ ਆਪਣੇ ਆਪ ਵਿੱਚ ਪ੍ਰਗਟ ਹੋ ਜਾਵੇਗਾ।
ਤੇ ਤੂੰ ਵਧੀਆ ਸਿੱਖ, ਵਧੀਆ ਇਨਸਾਨ, ਵਧੀਆ ਬੰਦਾ ਬਣ ਜਾਵੇਂਗਾ, ਗਿਆਨਵਾਨ ਬਣ ਜਾਵੇਂਗਾ। ਤੇ ਇਹ ਸਾਰੇ ਗੁਣ ਪ੍ਰਗਟ ਕਿਵੇਂ ਹੋਣਗੇ ਭਾਈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ। ਇਸ ਕਰਕੇ ਇਹ ਸਿੱਖਾ, ਤੇਰੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤੂੰ ਜੁੜੇਗਾ ਤਾਂ ਤੇਰੇ ਅੰਦਰ ਜਿਹੜੇ ਇਹ ਗੁਣ ਪੈਦਾ ਹੋਣਗੇ। ਇਹਨਾਂ ਗੁਣਾਂ ਦੇ ਕਾਰਨ ਹੀ ਤੂੰ ਪਰਮਾਤਮਾ ਦੇ ਨਾਲ ਮਿਲਾਪ ਕਰ ਲਵੇਂਗਾ, ਪਰਮਾਤਮਾ ਦੇ ਘਰ ਦੇ ਵਿੱਚ ਖੁਸ਼ੀ ਖੁਸ਼ੀ ਪਹੁੰਚ ਜਾਵੇਂਗਾ। ਜਿਵੇਂ ਬੀਬੀਆਂ ਭੈਣਾਂ ਪੇਕੇ ਘਰ ਦੇ ਵਿੱਚ ਗੁਣ ਸਿੱਖਦੀਆਂ, ਤਾਂ ਜਿਹੜੀਆਂ ਗੁਣਵਾਨ ਹੁੰਦੀਆਂ ਉਹ ਸਹੁਰੇ ਘਰ ਦੇ ਵਿੱਚ ਮੌਜ ਕਰਦੀਆਂ। ਇਸੇ ਤਰ੍ਹਾਂ ਇਹ ਸਮਾਂ ਸਾਡਾ ਪੇਕਿਆਂ ਵਾਲਾ ਹੈ। ਜਦੋਂ ਅਸੀਂ ਸਿੱਖਦੇ ਹਾਂ ਤੇ ਜਦੋਂ ਗੁਣੀ ਹੋ ਜਾਵਾਂਗੇ, ਪਰਮਾਤਮਾ ਪਤੀ ਦੇ ਨਾਲ ਮਿਲਾਪ ਹੋ ਜਾਵੇਗਾ। ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵਹਿ ਦਰਗਹਿ ਮਾਨ ਵਾਲੀ ਅਵਸਥਾ ਬਣ ਜਾਵੇਗੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ। ਰਾਗ ਸੂਹੀ, ਸੂਹੀ ਰਾਗ ਹੈ ਭਾਈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਹੈ। ਚੌਪਦੇ, ਚਾਰ ਚਾਰ ਪਦਿਆਂ ਵਾਲੇ ਇਹ ਸ਼ਬਦ ਹਨ। ਘਰ ਪਹਿਲਾ, ਕੀਰਤਨ ਕਰਨ ਦੀ ਤਾਕੀਦ ਪਹਿਲੇ ਘਰ ਵਿੱਚ ਕੀਤੀ ਜਾ ਰਹੀ ਹੈ। ਭਾਂਡਾ ਧੋਏ ਬੈਸ ਧੂਪ ਦੇਵਹੁ, ਤੋ ਦੂਦੇ ਕੋ ਜਾਵਹੁ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਬਾਬਾ ਜੀ ਸਾਨੂੰ ਅੱਜ ਨਾਮ ਕਿਵੇਂ ਪ੍ਰਾਪਤ ਹੁੰਦਾ, ਕਿਵੇਂ ਜੀਵ ਨਾਮ ਪ੍ਰਾਪਤ ਕਰ ਸਕਦਾ, ਕਿਵੇਂ ਇੱਕ ਸਿੱਖ ਨੂੰ ਗੁਰੂ ਤੋਂ ਨਾਮ ਪ੍ਰਾਪਤ ਹੁੰਦਾ, ਕਿਵੇਂ ਬਦਲਾਵ ਹੋ ਜਾਂਦਾ, ਕਿਵੇਂ ਮਨੁੱਖ ਰੱਬ ਦਾ ਰੂਪ ਬਣ ਜਾਂਦਾ, ਕਿਵੇਂ ਸਾਧਨਾ ਹੋ ਜਾਂਦੀ ਹੈ ਮਨੁੱਖ ਦੀ। ਇਹ ਸਾਰੀਆਂ ਗੱਲਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਣਗੇ ਤੇ ਆਪਾਂ ਬਿਲਕੁਲ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਨਾ, ਤਾਂ ਕਿ ਸਾਡੀ ਸੁਰਤ ਆ ਜਿਹੜੀ ਸ਼ਬਦ ਦੇ ਨਾਲ ਜੁੜ ਜਾਵੇ। ਜਦੋਂ ਜਿਵੇਂ ਹਾਈਡਰੋਜਨ ਤੇ ਆਕਸੀਜਨ ਦਾ ਮਿਲਾਪ ਹੁੰਦਾ ਤਾਂ ਪਾਣੀ ਦਾ ਤੁਪਕਾ ਬਣ ਜਾਂਦਾ, ਇਸੇ ਤਰ੍ਹਾਂ ਜਦੋਂ ਸ਼ਬਦ ਤੇ ਸੁਰਤ ਦਾ ਮਿਲਾਪ ਹੁੰਦਾ ਤਾਂ ਅੰਮ੍ਰਿਤ ਦਾ ਤੁਪਕਾ ਬਣ ਜਾਂਦਾ। ਉਹ ਸਾਡੇ ਅੰਦਰ ਡਿੱਗਦਾ ਤੇ ਸਾਨੂੰ ਆਨੰਦ ਮਹਿਸੂਸ ਹੁੰਦਾ, ਸ਼ਾਂਤੀ ਮਹਿਸੂਸ ਹੁੰਦੀ ਹੈ। ਤੇ ਆਓ ਸਤਿਗੁਰੂ ਸੱਚੇ ਪਾਤਸ਼ਾਹ ਕਿਵੇਂ ਸਮਝਾ ਰਹੇ ਹਨ, ਸਮਝਣ ਦੀ ਕੋਸ਼ਿਸ਼ ਕਰੀਏ ਜੀ। ਭਾਂਡਾ ਧੋਏ ਬੈਸ ਧੂਪ ਦੇਵਹੁ, ਤੋ ਦੂਦੇ ਕੋ ਜਾਵਹੁ। ਦੇਸੀ ਉਦਾਹਰਨਾਂ ਦੇ ਕੇ, ਕਿਉਂਕਿ ਆਪਾਂ ਦੇਸੀ ਬੰਦੇ ਹਾਂ, ਪਿੰਡਾਂ ਦੀਆਂ ਉਦਾਹਰਨਾਂ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ। ਗੁਰਮੁਖ ਪਿਆਰਿਓ, ਦੇਖੋ, ਸੋਚੋ, ਤੁਸੀਂ ਘਰ ਦੇ ਵਿੱਚ, ਆਪਣੇ ਘਰ ਦੇ ਵਿੱਚ ਹੀ ਨਿਗਾਹ ਮਾਰੋ। ਜਦ ਬੀਬੀਆਂ ਭੈਣਾਂ ਧਾਰ ਚੋਣ ਜਾਂਦੀਆਂ ਤਾਂ ਭਾਂਡਾ ਸਾਫ਼ ਕਰਕੇ ਜਾਂਦੀਆਂ ਕਿ ਲਿਬੜਿਆ ਤਿਬੜਿਆ ਲੈ ਜਾਂਦੀਆਂ? ਮਹਾਰਾਜ ਸਾਫ਼ ਕਰਕੇ ਜਾਂਦੀਆਂ, ਚੰਗੀ ਤਰ੍ਹਾਂ ਸਾਫ਼ ਕਰਦੀਆਂ। ਪਹਿਲਾਂ ਤਾਂ ਜਿਹੜਾ ਹੈ ਚੰਗੀ ਤਰ੍ਹਾਂ ਸਵਾਹ ਦੇ ਨਾਲ ਉਹ ਬਾਲਟੀ, ਉਹ ਭਾਂਡਾ ਮਾਂਜਿਆ ਜਾਂਦਾ ਸੀ, ਫਿਰ ਧੂਣੀ ਦਿੱਤੀ ਜਾਂਦੀ ਸੀ, ਕਿਰਮ ਰਹਿਤ ਕਰ ਦਿੱਤਾ ਜਾਂਦਾ ਸੀ, ਫਿਰ ਦੁੱਧ ਚੋਂਦੀਆਂ ਬੀਬੀਆਂ ਭੈਣਾਂ। ਸਮਝੋ ਭਾਈ ਇਸ ਗੱਲ ਨੂੰ। ਭਾਂਡਾ ਧੋਏ, ਪਹਿਲਾਂ ਭਾਂਡਾ ਧੋਤਾ ਜਾਂਦਾ, ਸਰੀਰ ਰੂਪੀ ਮਨ ਰੂਪੀ ਭਾਂਡੇ ਤੇ ਗੱਲ ਆਉਣੀ ਆ ਅਖੀਰ ਦੇ ਵਿੱਚ। ਭਾਂਡਾ ਧੋਏ, ਪਹਿਲਾਂ ਬੀਬੀਆਂ ਭਾਂਡਾ ਧੋਂਦੀਆਂ ਚੰਗੀ ਤਰ੍ਹਾਂ। ਬੈਸ ਧੂਪ ਦੇਵੋ, ਫਿਰ ਬੈਠ ਕੇ ਗੁੱਗਲ ਦੀ ਧੂਣੀ ਦਿੰਦੀਆਂ ਤਾਂ ਕਿ ਉਹ ਕਿਰਮ ਰਹਿਤ ਹੋ ਜਾਵੇ। ਤੋ ਦੂਧੇ ਕੋ ਜਾਵੋ, ਭਾਂਡਾ ਬਿਲਕੁਲ ਸਾਫ਼ ਕਰਕੇ ਫਿਰ ਦੁੱਧ ਚੋਣ ਜਾਂਦੀਆਂ। ਸਿੱਖਾ, ਇਹ ਗੱਲ ਤੇਰੇ ਤੇ ਟੁਕਦੀ ਹੈ। ਪਹਿਲਾਂ ਗੁਰੂ ਦੇ ਕੋਲ ਬੈਠ ਕੇ ਆਪਣਾ ਭਾਂਡਾ ਸਾਫ਼ ਕਰ, ਫਿਰ ਅੰਮ੍ਰਿਤ ਰੂਪੀ ਦੁੱਧ ਇਸ ਭਾਂਡੇ ਦੇ ਵਿੱਚ ਪਵੇਗਾ। ਜਿਵੇਂ ਸਿਆਣੇ ਕਹਿੰਦੇ ਆ, ਦੇਖਿਆ ਤਾਂ ਹੈ ਨਹੀਂ ਬਈ ਸ਼ੇਰਨੀ ਦਾ ਦੁੱਧ ਆ ਜਿਹੜਾ ਸੋਨੇ ਦੇ ਭਾਂਡੇ ਦੇ ਵਿੱਚ ਹੀ ਰੁਕਦਾ, ਨਹੀਂ ਤਾਂ ਭਾਂਡਾ ਤੋੜ ਦਿੰਦਾ, ਕਿਉਂਕਿ ਦੁੱਧ ਆ ਜਿਹੜਾ ਇੰਨਾ ਤਾਕਤ ਵਾਲਾ ਹੁੰਦਾ, ਭਾਂਡਾ ਮਾੜਾ ਹੁੰਦਾ। ਇਸ ਕਰਕੇ ਜਦੋਂ ਗੁਰੂ ਦੇ ਨਾਲ ਜੁੜਨਾ ਤਾਂ ਜ਼ਰੂਰੀ ਹੈ ਭਾਈ। ਗੁਰੂ ਨੇ ਪਹਿਲਾਂ ਮਜ਼ਬੂਤੀਆਂ ਕਰਨੀਆਂ, ਪਹਿਲਾਂ ਭਾਂਡਾ ਸਾਫ਼ ਕਰਾ, ਫਿਰ ਅੰਮ੍ਰਿਤ ਪਵੇਗਾ, ਫਿਰ ਦੁੱਧ ਪਵੇਗਾ। ਪਹਿਲਾਂ ਮਿਹਨਤ ਕਰ। ਜਿਵੇਂ ਬੀਬੀਆਂ ਭੈਣਾਂ ਦੁੱਧ ਚੋਣ ਵੇਲੇ ਭਾਂਡਾ ਸਾਫ਼ ਕਰਦੀਆਂ, ਇਸੇ ਤਰ੍ਹਾਂ ਮਨ ਰੂਪੀ ਭਾਂਡੇ ਨੂੰ ਸਾਫ਼ ਕਰ। ਸਿੱਖਾ ਪਿਆਰਿਆ, ਦੂਧ ਕਰਮ ਫੁਨ ਸੁਰਤ ਸਮਾਇਣ,
ਹੋਏ ਨਰਾਸ ਜਮਾਵੋ। ਦੂਧ ਕਰਮ, ਜਿਹੜਾ ਦੁੱਧ ਆ ਉਹ ਕੀ ਆ? ਜਿਵੇਂ ਉੱਧਰ ਬੀਬੀਆਂ ਦੁੱਧ ਚੋ ਕੇ ਲਿਆਉਂਦੀਆਂ, ਫਿਰ ਉਹਦਾ ਜਾਗ ਲਾਉਂਦੀਆਂ, ਫਿਰ ਜਾ ਕੇ ਕਿਤੇ ਉਹਨੂੰ ਰਿੜਕਦੀਆਂ, ਅਤੇ ਫਿਰ ਰਿੜਕਣ ਤੋਂ ਬਾਅਦ ਮੱਖਣ ਆਉਂਦਾ। ਮੱਖਣ ਦੇ ਵਿੱਚ ਵੀ ਮਿਲਾਵਟ ਹੁੰਦੀ ਆ, ਫਿਰ ਤਾ ਦਿੱਤਾ ਜਾਂਦਾ ਅੱਗ ਦੇ ਉੱਪਰ, ਤਾਂ ਉਹਦਾ ਦੇਸੀ ਘਿਓ ਬਣ ਜਾਂਦਾ। ਦੁੱਧ ਤੋਂ ਘਿਓ ਦੀ ਪ੍ਰਕਿਰਿਆ ਹੁੰਦੀ ਹੈ। ਇਸੇ ਤਰ੍ਹਾਂ ਧਰਮੀ ਬਣਦਾ ਮਨੁੱਖ, ਚਾਹੇ ਕਿਸੇ ਵੀ ਧਰਮ ਦੇ ਵਿੱਚ ਹੋਵੇ, ਇਹ ਪ੍ਰੋਸੈਸ ਵਿੱਚ ਦੀ ਲੰਘ ਕੇ ਜਿਹੜਾ ਧਰਮੀ ਬਣੇਗਾ ਉਹ ਸੱਚਾ ਧਰਮੀ ਹੋਵੇਗਾ। ਸਿੱਖਾਂ ਵਾਸਤੇ ਹੀ ਸਮਝਾਇਆ ਗਿਆ ਸਾਨੂੰ, ਦੂਧ ਕਰਮ। ਦੁੱਧ ਕੀ ਆ? ਚੰਗੇ ਕਰਮ ਕਰਨੇ। ਪੁਨ ਸੁਰਤ ਸਮਾਇਣ, ਸੁਰਤ ਦੇ ਵਿੱਚ ਨਾਮ ਟਿਕਾਉਣਾ, ਸੱਚ ਟਿਕਾਉਣਾ, ਸੱਚ ਦਾ ਜਾਗ ਆਪਣੇ ਕਰਮਾਂ ਨੂੰ ਲਾਉਣਾ। ਭਾਵ ਕਿ ਜਿਹੜੇ ਵੀ ਕੰਮ ਕਰਦਾ ਉਹਦੇ ਵਿੱਚ ਸੱਚ ਹੋਵੇ, ਸੱਚੇ ਪ੍ਰਮਾਤਮਾ ਦੀ ਹੋਂਦ ਹੋਵੇ। ਇਸ ਤਰ੍ਹਾਂ ਸੁਰਤ ਸਮਾਇਣ, ਸੁਰਤ ਨੂੰ ਸਮਾਉਣਾ ਪ੍ਰਮਾਤਮਾ ਦੇ ਨਾਮ ਦੇ ਵਿੱਚ। ਹੋਏ ਨਿਰਾਸ ਜਮਾਵੋ। ਫਿਰ ਬੀਬੀਆਂ ਭੈਣਾਂ ਜਦੋਂ ਜਾਗ ਲਾ ਕੇ ਜਮਾ ਦਿੰਦੀਆਂ ਨਾ, ਫਿਰ ਆਈ ਨਹੀਂ ਹੈਗਾ ਵੀ ਘੰਟੇ ਕੁ ਬਾਅਦ ਹੀ ਖੋਲ੍ਹ ਕੇ ਦੇਖ ਲੈਂਦੀਆਂ ਜੰਮ ਗਿਆ ਕਿ ਨਹੀਂ ਜੰਮ ਗਿਆ। ਨਹੀਂ, ਜਦੋਂ ਨਿਆਣੇ ਹੁੰਦੇ ਸੀ ਨਾ, ਬਹੁਤ ਚਾਅ ਜਿਹਾ ਹੁੰਦਾ ਸੀ ਬੋਰੀ ਜੀ ਚੱਕ ਕੇ ਦੇਖਣ ਦਾ, ਅਤੇ ਬੀਬੀਆਂ ਜਿਹੜੀਆਂ ਘੂਰ ਦਿੰਦੀਆਂ ਸੀ ਵੀ ਇਹਨੂੰ ਪਿਆ ਰਹਿਣ ਦੇ, ਘੱਟੋ ਘੱਟ 6 7 8 ਘੰਟੇ ਪਿਆ ਰਹਿਣ ਦੇ ਫਿਰ ਜੰਮੂ ਇਹ। ਅਤੇ ਅਸੀਂ ਥੋੜ੍ਹਾ ਜਿਹਾ ਕਰਮ ਕਰਕੇ ਕਹਿੰਦੇ ਹਾਂ ਮਿਲਿਆ ਹੀ ਨਹੀਂ ਕੁਛ। ਇਸ ਕਰਕੇ ਸਿੱਖਾ ਤੂੰ ਕਰਮ ਕਰੀ ਚੱਲ, ਫਲ ਦੀ ਆਸ ਨਾ ਰੱਖ, ਐਡੀ ਛੇਤੀ ਨਾ ਕਰ, ਪਤਾ ਨਹੀਂ ਤੇਰੇ ਕਰਮ ਕਿਹੋ ਜਿਹਾ, ਕਿਵੇਂ ਅੰਦਰ ਧੋਤਾ ਜਾਣਾ। ਹੁਣ ਭਾਂਡਾ ਜਿਹੜੇ ਧੋਣ ਦੀ ਗੱਲ ਆ, ਭਾਂਡੇ ਵੀ ਵੱਖਰੇ ਵੱਖਰੇ ਆ। ਹੁਣ ਕੀ ਪਤਾ ਕਿਹੜੇ ਕਿਹੜੇ ਕਰਮਾਂ 'ਚੋਂ ਆਏ ਆ, ਕਿਹੜੇ ਕਿਹੜੇ ਜਨਮਾਂ 'ਚੋਂ ਆਏ ਆ, ਕਿਹੋ ਜਿਹੇ ਕਰਮ ਕੀਤੇ ਆ, ਕਿੰਨੀ ਮੈਲ ਆ ਅੰਦਰ। ਇਹ ਤਾਂ ਜਾਂ ਬੰਦਾ ਆਪ ਜਾਣਦਾ ਜਾਂ ਫਿਰ ਪ੍ਰਮਾਤਮਾ ਵਾਹਿਗੁਰੂ ਜਾਣਦਾ। ਅਤੇ ਕਿੰਨੀ ਸ਼ਰਧਾ ਭਾਵਨਾ ਬਣ ਗਈ ਸਾਡੀ ਗੁਰਬਾਣੀ 'ਤੇ, ਉਸ ਹਿਸਾਬ ਨਾਲ ਇਹ ਧੋਤਾ ਜਾਣਾ, ਜਿੰਨੀ ਗੁਰੂ 'ਤੇ ਸ਼ਰਧਾ ਬਣੂਗੀ। ਹੋਏ ਨਿਰਾਸ ਜਮਾਵੋ। ਫਿਰ ਨਿਰਾਸ ਹੋ ਕੇ ਬਿੰਦੇ 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 ਜਿਹੜਾ ਉਹਨੂੰ ਫੋਲਦਾ ਨਾ ਰਹੀਂ। ਚੰਗਾ ਕਰਮ ਕਰਕੇ ਦੱਬ ਦੇ, ਦੱਬਲਾ ਨਾਮ ਜਪ ਕੇ ਆਪਣੇ ਅੰਦਰ ਫਿਰ ਇਹ ਪ੍ਰਗਟ ਹੋਵੇਗਾ। ਮੈਂ ਵਾਰ-ਵਾਰ ਕਹਿੰਦਾ, ਸਤ ਸੰਗਤ ਦੇ ਵਿੱਚ ਭਾਵੇਂ ਪਤਾ ਲੱਗੇ ਤੁਹਾਨੂੰ, ਭਾਵੇਂ ਨਾ ਲੱਗੇ, ਪਰ ਬੀਜ ਪੈ ਜਾਣਾ ਗੁਰਮੁਖ ਪਿਆਰਿਓ। ਜਦੋਂ ਬੀਜ ਹੋਇਆ ਨਾ, ਫਿਰ ਕੋਈ ਸਮਾਂ ਐਸਾ ਹੋਏਗਾ ਜਿੱਥੇ ਪ੍ਰਗਟ ਹੋ ਜਾਣਾ। ਹੋ ਸਕਦਾ ਬੀਜ ਪਿਆ ਹੋਵੇ ਅਤੇ ਹੁਣ ਪ੍ਰਗਟ ਹੋਣ ਦਾ ਸਮਾਂ ਹੋਵੇ, ਵੱਡਾ ਦਰਖਤ ਬਣ ਜਾਵੇ ਸੱਚ ਦਾ, ਅੰਦਰ ਨਾਮ ਦੇ ਜਿਹੜੇ ਹੈ ਫਲ ਲੱਗ ਜਾਣ। ਇਸ ਤਰ੍ਹਾਂ ਕਰੋ ਭਾਈ, ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ। ਇਸ ਤਰ੍ਹਾਂ ਇਹ ਵਿਧੀ ਢੰਗ ਤਰੀਕਾ ਵਰਤੋ। ਜਿਵੇਂ ਬੀਬੀਆਂ ਦੁੱਧ ਤੋਂ ਘਿਓ ਤੱਕ ਜਾਂਦੀਆਂ, ਇਸੇ ਤਰ੍ਹਾਂ ਇੱਕ ਨਿਰਗੁਣ ਬੰਦੇ ਤੋਂ ਗੁਣਾਂ ਵਾਲੇ ਬੰਦੇ ਤੱਕ ਜਾਣਾ, ਇੱਕ ਮੂਰਖ ਬੰਦੇ ਤੋਂ ਗਿਆਨੀ ਬੰਦੇ ਤੱਕ ਜਾਣਾ, ਇੱਕ ਮਨਮੁਖ ਤੋਂ ਗੁਰਮੁਖ ਤੱਕ ਦਾ ਸਫ਼ਰ ਆ ਜਿਹੜਾ ਇਹ ਤੈਅ ਕਰਨਾ ਸਮਝਾਇਆ ਗਿਆ। ਜਪੋ ਤਾਂ ਏਕੋ ਨਾਮਾ, ਜਪਿਓ ਭਾਈ ਇੱਕ ਦਾ ਨਾਮ, ਇੱਕ ਓੰਕਾਰ ਜੋ ਸਭ ਦਾ ਬਾਪ ਹੈ। ਅੱਬਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਏਕੋ ਹੈ, ਭਾਈ ਏਕੋ ਹੈ ਸਾਹਿਬ ਮੇਰਾ, ਏਕੋ ਹੈ। ਉਸੇ ਦਾ ਨਾਮ ਜਪਣਾ, ਇੱਕ ਦਾ ਜਪੋ ਤਾਂ ਏਕੋ ਨਾਮਾ, ਅਬਰ ਨਿਰਾਫਲ ਕਾਮਾ ਰਹਾਓ। ਹੁਣ ਨਾਮ ਜਪਣਾ ਭਾਵ ਗੁਰੂ ਦੇ ਕੋਲ ਬੈਠ ਕੇ ਗੁਰੂ ਦੀ ਬਾਣੀ ਨੂੰ ਸੁਣਨਾ ਸਮਝਣਾ, ਤਾਂ ਇਹ ਨਾਮ ਅੰਦਰ ਚਲਿਆ ਜਾਂਦਾ। ਅਬਰ ਨਿਰਾਫਲ ਕਾਮਾ, ਹੋਰ ਕੰਮ ਨਾ ਕਰਦੇ ਫਿਰਿਓ, ਕਰਮ ਕਾਂਡ ਨਾ ਕਰਦੇ ਫਿਰਿਓ, ਬਰਮੀ ਮਾਰੀ ਸਾਪ ਨਾ ਮਰੈ। ਸਰੀਰਕ ਕੰਮ ਜਿਹੜਾ ਮਰਜ਼ੀ ਕਰ ਲਿਓ, ਸੱਪ ਤਾਂ ਅੰਦਰ ਬੈਠਾ। ਜਿਵੇਂ ਕੱਛੂ ਕੁੰਮੇ ਦਾ ਖੋਲ ਜਿਹਾ ਹੁੰਦਾ ਬਾਹਰਲਾ, ਅਤੇ ਉਹਦੇ ਅਸਲ ਚੀਜ਼ ਆ ਜਿਹੜੀ ਉਹਦੇ ਵਿੱਚ ਹੁੰਦੀ ਆ। ਹੁਣ ਖੋਲ 'ਤੇ ਜਿੰਨੀਆਂ ਮਰਜ਼ੀ ਮਾਰੀ ਜਾਓ, ਖੋਲ 'ਤੇ ਕੋਈ ਫਰਕ ਨਹੀਂ ਪੈਂਦਾ। ਜਦੋਂ ਅੰਦਰਲੇ ਨੂੰ ਲੱਭ ਲਿਆ ਨਾ ਵੀ ਅੰਦਰ ਬੈਠੇ ਨੂੰ, ਕੱਛੂ ਕੁੰਮੇ ਨੂੰ, ਉਦੋਂ ਗੱਲ ਬਣਨੀ ਹੈ। ਇਸੇ ਤਰ੍ਹਾਂ ਬਾਹਰਲੇ ਕੰਮ ਜਿੰਨੇ ਮਰਜ਼ੀ ਕਰਦੇ ਫਿਰੋ, ਜਿੱਦੇ ਮਨ 'ਤੇ ਚੋਟ ਲੱਗਣ ਲੱਗੀ, ਸਾਰੀ ਗੁਰਬਾਣੀ ਮਨ ਨੂੰ ਹੀ ਸਮਝਾਉਂਦੀ ਹੈ। ਮਨ ਹੀ ਸੱਪ ਆ ਜਿਹੜਾ ਇਹ ਖੁੱਡ ਦੇ ਵਿੱਚ ਬੈਠਾ। ਪਰ ਬੰਦਾ ਕੀ ਕਰਦਾ, ਬਾਹਰੋਂ ਖੁੱਡ ਕੁੱਟੀ ਜਾਂਦਾ, ਭਾਵ ਬਾਹਰਲੇ ਕਰਮ ਕਰੀ ਜਾਂਦਾ। ਸਰੀਰਕ ਕਰਮ ਜਿੰਨੇ ਮਰਜ਼ੀ ਕਰ ਲਓ, ਗੱਲ ਨਹੀਂ ਬਣਨੀ।
ਤੇ ਅਖੀਰ ਗੁਰੂ ਦੇ ਕੋਲੋਂ ਵਿਵੇਕ ਬੁੱਧ ਪ੍ਰਾਪਤ ਕਰਨੀ ਪਵੇਗੀ, ਗਿਆਨ ਲੈਣਾ ਪਵੇਗਾ। ਗਿਆਨ ਦੇ ਨਾਲ ਧਿਆਨ ਆਏਗਾ, ਧਿਆਨ ਦੇ ਨਾਲ ਫਿਰ ਮੰਜ਼ਿਲ ਪਤਾ ਲੱਗੇਗੀ, ਮੰਜ਼ਿਲ ਤੋਂ ਬਾਅਦ ਫਿਰ ਪਹੁੰਚਾਂਗੇ, ਫਿਰ ਉੱਥੋਂ ਨਾਮ ਦੀ ਪ੍ਰਾਪਤੀ ਹੋਵੇਗੀ, ਪੰਜਾਂ ਖੰਡਾਂ ਵਿੱਚ ਦੀ ਸੁਰਤ ਲੰਘੇਗੀ। ਇਹ ਸਾਰਾ ਪ੍ਰੈਕਟੀਕਲ ਕਰਮ ਆ ਭਾਈ। ਬਾਕੀ ਕੰਮ ਆ ਜਿਹੜੇ ਉਹ ਨਿਰਾਫਲਾ, ਫਲ ਦੇਣ ਵਾਲੇ ਨਹੀਂ ਹੈ। ਨਾਮ ਹੀ ਫਲ ਦੇਣ ਵਾਲਾ ਹੈ ਜੀ। ਰਹਾਓ ਇਹ ਮਨ ਈਟੀ ਹਾਥ ਕਰੋ, ਹੁਣ ਨੇਤਰੋ ਨੀਂਦ ਨਾ ਆਵੈ। ਇਹ ਮਨ ਹੁਣ ਜਦੋਂ ਬੀਬੀਆਂ ਜਮਾ ਲੈਂਦੀਆਂ, ਜਦੋਂ ਜੰਮ ਗਿਆ ਦੁੱਧ ਨੂੰ ਲੱਗ ਗਿਆ ਕਰਮਾਂ ਦਾ ਦੁੱਧ ਆ, ਤੇ ਸੱਚ ਦਾ ਵਿੱਚ ਲੱਗ ਗਿਆ ਜਾਗ, ਨਾਮ ਦਾ ਜਾਗ ਲੱਗ ਗਿਆ। ਹੁਣ ਕੀ ਹੋ ਗਿਆ? ਹੁਣ ਇਹ ਜੰਮ ਗਿਆ। ਜੰਮਣ ਤੋਂ ਬਾਅਦ ਹੁਣ ਦੂਜੇ ਦਿਨ ਬੀਬੀਆਂ ਕੀ ਕਰਦੀਆਂ? ਰਿੜਕਦੀਆਂ। ਹੁਣ ਰਿੜਕਣ ਦਾ ਸੀਨ ਆ। ਜਿਵੇਂ ਹੁਣ ਪਹਿਲਾਂ ਜਪ ਲਿਆ, ਗੁਰਬਾਣੀ ਨੂੰ ਪੜ੍ਹ ਲਿਆ, ਸੁਣ ਲਿਆ, ਸਮਝ ਲਿਆ ਤੇ ਆਪਣੇ ਅੰਦਰ ਟਿਕਾ ਲਿਆ। ਹੁਣ ਇਹ ਜੰਮ ਗਿਆ। ਜੰਮ ਕੇ ਹੁਣ ਬਾਹਰ ਆਏਗਾ। ਕਿਵੇਂ? ਬਾਹਰੋਂ ਵੀ ਪਤਾ ਲੱਗੇਗਾ ਵੀ ਹਾਂ ਕੁਝ ਨਾ ਕੁਝ ਜਿਹੜਾ ਜਪਿਆ ਨਾਮ, ਇਹਨੇ ਨਾਮ ਦੇ ਨਾਲ ਜੁੜਿਆ। ਇਹ ਮਨ ਈਟੀ ਹਾਥ ਕਰੋ। ਜਿਵੇਂ ਫਿਰ ਦੂਜੇ ਦਿਨ ਬੀਬੀਆਂ ਮਧਾਣੀ ਰਿੜਕਦੀਆਂ। ਚਲੋ ਹੁਣ ਤਾਂ ਬਿਜਲੀ ਵਾਲੀ ਆ ਗਈ, ਪਹਿਲੀ ਮਧਾਣੀ ਦਾ ਸੀਨ ਬਣਾਇਆ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਤੇ ਜਦੋਂ ਬੀਬੀਆਂ ਮਧਾਣੀ ਰਿੜਕਦੀਆਂ, ਚਾਟੀ ਦੇ ਵਿੱਚ ਪਾ ਕੇ ਤੇ ਰੱਸੀ ਨੂੰ ਦਿੰਦੀਆਂ ਬਲ ਦੇ ਕੇ, ਫਿਰ ਜਿਹੜੇ ਸਿਰੇ ਹੁੰਦੇ ਆ ਨਾ ਰੱਸੀਆਂ ਦੇ, ਉਹਨਾਂ ਤੇ ਐਡੀਆਂ ਐਡੀਆਂ ਇੱਕ ਲੱਕੜੀਆਂ ਬੰਨੀਆਂ ਜਾਂਦੀਆਂ, ਈਟੀ ਕਹਿੰਦੇ ਆ ਉਹਨੂੰ। ਉਹ ਐਂ ਵਿੱਚ ਦੀ ਬੀਬੀਆਂ ਇੱਥੋਂ ਪਾ ਲੈਂਦੀਆਂ, ਇੱਧਰੋਂ ਪਾ ਲੈਂਦੀਆਂ, ਤੇ ਫਿਰ ਇਸ ਤਰ੍ਹਾਂ ਉਹ ਮਧਾਣੀ ਆ ਜਿਹੜੀ ਉਹ ਚੱਲਦੀ ਆ। ਤੇ ਉਹ ਹੱਥ ਦੇ ਵਿੱਚ ਈਟੀਆਂ ਜਿਹੜੀਆਂ ਉਹ ਕੁੱਟੀਆਂ ਹੁੰਦੀਆਂ। ਮਹਾਰਾਜ ਸਮਝਾ ਰਹੇ ਹਨ, ਇਹ ਮਨ ਈਟੀ ਹਾਥ ਕਰੋ। ਇਹ ਜਿਵੇਂ ਈਟੀਆਂ ਨੂੰ ਘੁੱਟ ਕੇ ਫੜਦੇ ਆ, ਜੇ ਈਟੀ ਫੜੀ ਨਾ ਗਈ ਫਿਰ ਉਹ ਮਧਾਣੀ ਨਹੀਂ ਚੱਲਣੀ, ਘਿਓ ਨਹੀਂ ਆਉਣਾ, ਮੱਖਣ ਨਹੀਂ ਆਉਣਾ, ਤੇ ਗੱਲ ਨਹੀਂ ਬਣਨੀ। ਇਸੇ ਤਰ੍ਹਾਂ ਜਿੰਨਾ ਚਿਰ ਮਨ ਘੁੱਟ ਕੇ ਨਾ ਰੱਖਿਆ, ਮਨ ਕਾਹਦੇ ਨਾਲ ਫੜਿਆ ਜਾਊਗਾ? ਕਿਹੜੇ ਹੱਥਾਂ ਨਾਲ? ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨਾ ਹੋਏ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਉਹ ਗਿਆਨ ਦੇ ਹੱਥ ਲੈਣੇ ਆ, ਜਿਨ੍ਹਾਂ ਦੇ ਨਾਲ ਈਟੀਆਂ ਦੇ ਵਾਂਗੂ ਮਨ ਨੂੰ ਪਕੜ ਕੇ ਰੱਖਣਾ। ਹੁਣ ਨੇਤਰੋ ਨੀਂਦ ਨਾ ਆਵੇ। ਇਹ ਮਨ ਨੂੰ ਪਕੜ ਕੇ ਕਿਵੇਂ ਰੱਖਣਾ? ਕਿਤੇ ਸੌਂ ਹੀ ਨਾ ਜਾਵੇ। ਕਿਉਂਕਿ ਅੰਮ੍ਰਿਤ ਵੇਲੇ ਉੱਠ ਕੇ ਬੀਬੀਆਂ ਦੁੱਧ ਰਿੜਕਦੀਆਂ, ਕਦੇ ਕਦੇ ਨੀਂਦ ਦਾ ਝੋਲਾ ਵੀ ਮਾਰ ਜਾਂਦਾ ਹੋਣਾ। ਉਸ ਸਮੇਂ ਦੇ ਵਿੱਚ ਮਹਾਰਾਜ ਉਹੀ ਸਮਝਾ ਰਹੇ ਹਨ, ਕਿਤੇ ਜਪਦਿਆਂ ਅਲਰਟ ਹੋ ਕੇ ਰਹਿਣਾ, ਸਾਵਧਾਨ ਹੋ ਕੇ ਰਹਿਣਾ, ਇਕਾਗਰ ਚੀਤ ਹੋ ਕੇ ਰਹਿਣਾ। ਇਹ ਨਾ ਹੋਵੇ ਕਿਤੇ ਨੀਂਦ ਹੀ ਆਈ ਜਾਵੇ ਤੇ ਗੁਰੂ ਦੇ ਬਚਨ ਅਮੋਲਕਾ ਜਿਹੜੇ ਉਹੀ ਨਿਕਲ ਜਾਣ। ਹੁਣ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦ ਅੰਮ੍ਰਿਤ ਪਾਵੋ। ਇਹ ਜਦੋਂ ਮਨ ਪਕੜ ਲਿਆ, ਮਨ ਨੂੰ ਸਮਝ ਲਿਆ, ਫਿਰ ਮਨ ਨੂੰ ਇੱਕ ਨੀਂਦ ਵੀ ਆਈ ਹੋਈ ਆ, ਜਿਹਨੂੰ ਹਿਪਨੋਟਿਜ਼ਮ ਕਹਿੰਦੇ ਆ। ਮਾਇਆ ਨੇ ਹਿਪਨੋਟਿਜ਼ਮ ਕੀਤਾ ਹੋਇਆ ਮਨ ਨੂੰ। ਹੁਣ ਨੇਤਰੋਂ ਨੀਂਦ ਨਾ ਆਵੇ। ਜੇ ਮਨ 'ਤੇ ਕੰਮ ਕਰਨ ਲੱਗ ਗਏ, ਮਨ ਨੂੰ ਜਗਾ ਲਿਆ ਗੁਰੂ ਦੇ ਬਚਨਾਂ ਨਾਲ, ਫਿਰ ਦੁਬਾਰੇ ਨੀਂਦ ਨਹੀਂ ਆਵੇਗੀ, ਮਨ ਜਾਗਰਤ ਅਵਸਥਾ ਦੇ ਵਿੱਚ ਰਹੇਗਾ। ਰਸਨਾ ਨਾਮ ਜਪੋ, ਤੇ ਹੁਣ ਰਸਨਾ ਤੋਂ ਨਾਮ ਜਪੋ ਭਾਈ। ਤਬ ਮਥੀਐ, ਇਸ ਤਰ੍ਹਾਂ ਮਥੋ, ਨਾਮ ਦੇ ਨਾਲ ਜੁੜ ਕੇ ਤੇ ਫਿਰ ਇਹ ਜਿਹੜਾ ਰਿੜਕਣਾ ਪਾਇਆ ਹੋਇਆ, ਇਹ ਮੱਥਿਆ ਜਾਂਦਾ, ਇਹ ਰਿੜਕਿਆ ਜਾਂਦਾ। ਇਨ ਬਿਦ ਅੰਮ੍ਰਿਤ ਪਾਵੋ। ਜਿਵੇਂ ਉਧਰੋਂ ਬੀਬੀਆਂ ਆਪਣਾ ਜਿਹੜਾ ਹੈਗਾ ਮੱਖਣ ਪ੍ਰਾਪਤ ਕਰ ਲੈਂਦੀਆਂ, ਰਿੜਕ ਕੇ ਸਮਾਰ ਕੇ, ਤੇ ਇਸੇ ਤਰ੍ਹਾਂ ਅੰਦਰੋਂ ਨਾਮ ਰੂਪੀ ਅੰਮ੍ਰਿਤ ਕੱਢੋ ਭਾਈ। ਆਪਣੇ ਆਪ ਨੂੰ ਰਿੜਕੋ, ਆਪਣੇ ਆਪ ਨੂੰ ਸਵਾਰੋ, ਆਪਣੇ ਆਪ 'ਤੇ ਕੰਮ ਕਰੋ, ਆਪਣੇ ਔਗਣਾਂ ਨੂੰ ਖਤਮ ਕਰੋ, ਆਪਣੀਆਂ ਬੁਰੀਆਂ ਆਦਤਾਂ ਨੂੰ ਖਤਮ ਕਰੋ, ਆਪਣੇ ਸੁਭਾਅ ਨੂੰ ਬਦਲੋ ਭਾਈ, ਆਪਣੇ ਆਪ ਨੂੰ ਬਦਲੋ, ਮਨਮੁਖ ਤੋਂ ਗੁਰਮੁਖ ਬਣੋ ਭਾਈ। ਇਨ ਬਿਦ ਅੰਮ੍ਰਿਤ ਪਾਵੋ। ਇਸ ਤਰ੍ਹਾਂ ਜਿਵੇਂ ਬੀਬੀਆਂ ਬਹੁਤ ਮਿਹਨਤ ਕਰਦੀਆਂ ਤੇ ਅਖੀਰ ਦੇ ਵਿੱਚ ਮੱਖਣ ਪ੍ਰਾਪਤ ਕਰ ਲੈਂਦੀਆਂ, ਇਸੇ ਤਰ੍ਹਾਂ ਜਿਹੜਾ ਸਿੱਖ ਗੁਰੂ ਦੀ ਬਾਣੀ ਨੂੰ ਪੜ੍ਹੇਗਾ, ਸੁਣੇਗਾ, ਸਮਝੇਗਾ ਤੇ ਆਪਣੇ ਅੰਦਰ ਰਿੜਕੇਗਾ, ਭਾਵ ਕੇ ਸ਼ਬਦ ਦੀ ਵਿਚਾਰ ਨਾਲ ਜੁੜੇਗਾ, ਵਿਚਾਰ ਦੇ ਨਾਲ ਇਹ ਅੰਮ੍ਰਿਤ ਪ੍ਰਾਪਤ ਹੋਵੇਗਾ। ਇਸ ਤਰੀਕੇ ਦੇ ਨਾਲ, ਇਸ ਵਿਧੀ ਦੇ ਨਾਲ ਸਿੱਖੋ ਅੰਮ੍ਰਿਤ ਦੀ ਪ੍ਰਾਪਤੀ ਕਰ ਸਕਦੇ ਹੋ। ਮਨ ਸੰਪਟ
ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ। ਮਨ ਸੰਪਟ, ਮਨ ਆ ਜਿਹੜਾ ਇਹ ਸੰਪਟ, ਸੰਪਟ ਹੁੰਦਾ ਡੱਬਾ, ਡੱਬੇ ਦੇ ਵਿੱਚ ਕੀ ਰੱਖਦੇ ਆ? ਠਾਕਰ, ਮਾਲਕ, ਉਹਦੇ ਠਾਕਰ ਦੀ ਪੂਜਾ ਕਰਦੇ ਆ ਪੰਡਤ ਲੋਕ। ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਹਨ, ਮਨ ਨੂੰ ਬਣਾ ਡੱਬਾ, ਤੇ ਇਹਦੇ ਅੰਦਰ ਜਿਹੜੇ ਸ਼ੁਭ ਗੁਣ ਆ, ਜਿਹੜੇ ਇਹਦੇ ਅੰਦਰ ਪ੍ਰਮਾਤਮਾ ਵਾਹਿਗੁਰੂ ਜੀ ਬੈਠੇ ਆ, ਉਹਨਾਂ ਦੀ ਕਰ ਅਸਲ ਪੂਜਾ। ਮਨ ਸੰਪਟ ਜਿਤ ਸਤ ਸਰ ਨਾਵਣ, ਮਨ ਦਾ ਇਸ਼ਨਾਨ ਕਰਾ ਸਤ ਸੱਚੇ, ਸਤ ਦੇ ਸੱਚ ਦੇ ਦਰਿਆ ਦੇ ਵਿੱਚ, ਸਰੋਵਰ ਦੇ ਵਿੱਚ, ਸਰ ਹੁੰਦਾ ਸਰੋਵਰ, ਸੱਚ ਦੇ ਸਰੋਵਰ ਦੇ ਵਿੱਚ ਮਨ ਨੂੰ ਇਸ਼ਨਾਨ ਕਰਾ ਭਾਈ। ਆ ਜ਼ਰੂਰੀ ਹੈ। ਤਨ ਨੂੰ ਇਸ਼ਨਾਨ ਤਾਂ ਬਹੁਤ ਕਰਾ ਲੈਂਦਾ ਬੰਦਾ, ਤੀਰਥਾਂ ਤੇ ਜਾ ਆਉਂਦਾ, ਪਰ ਮਹਾਰਾਜ ਸਮਝਾ ਰਹੇ ਹਨ ਮਨ ਦਾ ਇਸ਼ਨਾਨ ਕਰਾਉਣਾ ਜ਼ਰੂਰੀ ਆ। ਇਹ ਕਿਵੇਂ ਹੁੰਦਾ? ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਅੰਦਰ ਤੇਰੇ ਸੱਚ ਦਾ ਸਰੋਵਰ ਆ, ਉਸ ਸਰੋਵਰ ਤੇ ਆਪਣੇ ਮਨ ਨੂੰ ਇਸ਼ਨਾਨ ਕਰਾ। ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ। ਤੇ ਭਾਵਨਾ ਬਣਾ ਪ੍ਰਮਾਤਮਾ ਤੇ, ਭਾਵਨਾ ਬਣਾ ਗੁਰੂ ਤੇ। ਗੁਰੂ ਨੂੰ ਮਨ ਹਾਜ਼ਰ ਨਾਜ਼ਰ, ਐਂ ਨਾ ਸਮਝ ਬਈ ਆਹ ਗੁਰੂ ਹੋਰ ਆ ਤੇ ਦੂਜਾ ਗੁਰੂ ਹੋਰ ਆ। ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਇੱਕੋ ਹੀ ਹੈ। ਸਾਰਿਆਂ ਦਾ ਸਤਿਕਾਰ ਕਰ। ਜਿੱਥੇ ਵੀ ਤੈਨੂੰ ਪੜ੍ਹਨ ਸੁਣਨ ਨੂੰ ਬਾਣੀ ਮਿਲਦੀ ਹੈ ਤੇ ਪੜ੍ਹ, ਭਾਵਨਾ ਰੱਖ। ਜੇ ਭਾਵਨਾ ਨਾ ਬਣੀ, ਜੇ ਗੁਰੂ ਗ੍ਰੰਥ ਸਾਹਿਬ ਤੇ ਭਾਵਨਾ ਨਾ ਬਣੀ, ਜੇ 35 ਤੇ ਭਾਵਨਾ ਨਾ ਬਣੀ, 36ਵੇਂ ਤੇ ਵੀ ਨਹੀਂ ਬਣਨੀ। ਧਿਆਨ ਰੱਖਿਓ, ਰੁਲਦੇ ਹੀ ਰਹਿ ਜਾਾਂਗੇ। ਜੇ 35 ਜਾਣੇ ਉਹ ਕਾਰਜ ਨਾ ਕਰ ਸਕੇ ਜਿਨ੍ਹਾਂ ਨੂੰ ਹਾਜ਼ਰ ਨਾਜ਼ਰ ਕਹਿੰਦੇ ਆ, ਤੇ ਉਹ 36ਵਾਂ ਵੀ ਨਹੀਂ ਕਰ ਸਕਦਾ ਭਾਈ। ਇਸ ਕਰਕੇ ਸਭ ਤੋਂ ਵੱਡੀ ਗੱਲ ਆ ਭਾਵਨਾ, ਗੁਰੂ ਨੂੰ ਹਾਜ਼ਰ ਨਾਜ਼ਰ ਮੰਨਣਾ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਨੂੰ ਅੰਮ੍ਰਿਤ ਦੀ ਪ੍ਰਾਪਤੀ ਸਿਖਾ ਰਹੇ ਆ, ਹਾਜ਼ਰ ਨਾਜ਼ਰ ਹੋ ਕੇ ਸਿਖਾ ਰਹੇ ਆ। ਕਿਹਨੂੰ ਸਿਖਾ ਰਹੇ ਆ? ਮੈਨੂੰ ਸਿਖਾ ਰਹੇ ਆ। ਜੇ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਤਾਂ ਮੈਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਧਿਆਨ ਦੇ ਨਾਲ ਸਰਵਣ ਕਰਨਾ ਭਾਈ। ਭਾਵਨ ਪਾਤੀ ਤ੍ਰਿਪਤ ਕਰੇ, ਤੇ ਮਨ ਆ ਜਿਹੜਾ ਤ੍ਰਿਪਤ ਹੋ ਜਾਂਦਾ। ਭੁੱਖੇ ਦੀ ਭੁੱਖ ਨਹੀਂ ਲੈਂਦੀ, ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ। ਚਾਹੇ ਦੁਨੀਆ ਦੇ ਪੁਰੀਆਂ ਦੇ ਪਦਾਰਥ, ਇਹ ਸੰਸਾਰ ਦੇ ਤਾਂ ਕੀ ਜਿਹੜੇ ਪੁਰੀਆਂ ਮੰਨੀਆਂ ਜਾਂਦੀਆਂ ਨਾ, ਉਹ ਉਹਨਾਂ ਦੇ ਪਦਾਰਥ ਵੀ, ਭਾਰ ਵੀ ਮਨੁੱਖ ਨੂੰ ਪ੍ਰਾਪਤ ਹੋ ਜਾਣ, ਮਨ ਤ੍ਰਿਪਤ ਨਹੀਂ ਹੋ ਸਕਦਾ। ਤੇ ਜੇ ਨਾਮ ਨਾਲ ਜੁੜ ਜਾਵੇ ਤੇ ਇਹ ਤ੍ਰਿਪਤ ਹੋ ਸਕਦਾ ਹੈ ਭਾਈ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਬਤ ਰਹੈ। ਪੂਜਾ ਕਰਨੀ ਹੈ ਪ੍ਰਮਾਤਮਾ ਦੀ, ਕਰੋ ਭਾਈ। ਕਿਹਦੀ? ਕਿਵੇਂ ਕਰਨੀ ਹੈ? ਪ੍ਰਾਣ, ਜਿਹੜਾ ਸਾਨੂੰ ਪ੍ਰਾਣ ਦੇ ਰਿਹਾ। ਪੂਜਾ ਹੋਰਾਂ ਦੀ ਕਰੀ ਜਾਂਦੇ ਆ, ਤੇ ਦੇਣ ਵਾਲਾ ਪ੍ਰਮਾਤਮਾ ਵਾਹਿਗੁਰੂ ਆ। ਸਵਾਸ ਉਹ ਚਲਾ ਰਿਹਾ। ਮਾੜੇ ਜੇ ਵੀ ਸਵਾਸ ਔਖੇ ਕਰਤੇ ਤੇ ਸਾਡਾ ਬਣੂਗਾ ਕੀ? ਗੱਲ ਕਰ, ਉਹ ਦਿਆਲੂ ਤੇ ਕਿਰਪਾਲੂ ਆ। ਉਹ ਸਾਨੂੰ ਇਗਨੋਰ ਕਰੀ ਬੈਠਾ, ਸਾਨੂੰ ਆਪਣੇ ਬੱਚੇ ਸਮਝੀ ਬੈਠਾ। ਜਿਵੇਂ ਮਾਤਾ ਪਿਤਾ ਬੱਚੇ ਦੀਆਂ ਔਗਣ ਨਹੀਂ ਦੇਖਦੇ, ਚਿਤਾਰਦੇ, ਬੁਰਾਈਆਂ ਨਹੀਂ ਚਿਤਾਰਦੇ, ਇਸੇ ਤਰ੍ਹਾਂ ਉਹ ਵੀ ਨਹੀਂ ਚਿਤਾਰਦਾ ਭਾਈ। ਪਰ ਉਹ ਪ੍ਰਾਣਾਂ ਦੇ ਪਤੀ ਨੂੰ, ਜਿਹਦੀ ਕਿਰਪਾ ਦੇ ਨਾਲ ਪ੍ਰਾਣ ਚੱਲ ਰਹੇ ਆ, ਜਿਹਦੀ ਕਿਰਪਾ ਦੇ ਨਾਲ ਭੋਜਨ ਹਜਮ ਹੋ ਰਿਹਾ, ਜਿਹਦੀ ਕਿਰਪਾ ਦੇ ਨਾਲ ਮੇਰਾ ਰੋਟੀ ਪਾਣੀ ਖਾਧਾ ਖੂਨ ਬਣ ਰਿਹਾ, ਜਿਹਦੀ ਕਿਰਪਾ ਦੇ ਨਾਲ ਸੁਣ ਰਿਹਾ, ਜਿਹਦੀ ਕਿਰਪਾ ਦੇ ਨਾਲ ਮੈਂ ਬੋਲ ਰਿਹਾ, ਜਿਹਦੀ ਕਿਰਪਾ ਦੇ ਨਾਲ ਚੱਲ ਫਿਰ ਰਿਹਾ, ਉਹ ਪ੍ਰਮਾਤਮਾ ਵਾਹਿਗੁਰੂ ਦੀ ਪੂਜਾ ਕਰਨੀ ਹੈ, ਜਿਹੜੀ ਅੰਦਰ ਹੀ ਹੁੰਦੀ ਹੈ ਭਾਈ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਜੇ ਕਿਤੇ ਉਹ ਸੱਚੇ ਪ੍ਰਮਾਤਮਾ ਦਾ ਤੂੰ ਸੇਵਕ ਬਣ ਜਾਵੇਂ, ਅਸਲ ਸੇਵਕ ਬਣ ਜਾਵੇਂ ਅੰਦਰਲਾ, ਇਨ ਬਿਦ ਸਾਹਿਬ ਰਬਤ ਰਹੈ। ਇਸ ਤਰ੍ਹਾਂ ਜਿਹੜਾ ਸਾਹਿਬ ਆ, ਮਾਲਕ ਆ, ਉਹ ਰਮਿਆ ਹੋਇਆ ਦਿਸ ਪੈਂਦਾ। ਜੇ ਗੁਰੂ ਦੇ ਲੜ ਲੱਗ ਜਾਵੇਂ, ਗੁਰੂ ਤੋਂ ਗਿਆਨ ਦੀ ਅੱਖ ਲੈ ਲਵੇਂ, ਗੁਰੂ ਨੇ ਤੇਰਾ ਤੀਜਾ ਨੇਤਰ ਖੋਲ ਦੇਣਾ, ਗੁਰ ਪ੍ਰਸਾਦ ਪ੍ਰਾਪਤ ਕਰ ਲਵੇਂ, ਤਾਂ ਸਾਹਿਬ ਕਣ ਕਣ ਦੇ ਵਿੱਚ ਨਜ਼ਰ ਆਉਣ ਲੱਗ ਜਾਣਗੇ ਭਾਈ। ਕਹਿੰਦੇ ਕਹਿ ਜਾਵੈ ਤੁਮ ਸਰ ਅਵਰ ਨਾ ਕੋਈ। ਹੇ ਪ੍ਰਮਾਤਮਾ, ਹੇ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਤੇਰੀ ਮਹਿਮਾ ਜਦੋਂ ਤੋਂ ਸੰਸਾਰ ਬਣਿਆ, ਚੰਗੇ ਲੋਕ ਆ ਜਿਹੜੇ ਦੋ ਪੱਖ ਸੰਸਾਰ ਦੇ ਰਹੇ ਆ ਹਮੇਸ਼ਾ, ਇੱਕ ਚੰਗਾ ਇੱਕ ਮਾੜਾ, ਇੱਕ ਉੱਚਾ ਇੱਕ ਨੀਵਾਂ,
ਇੱਕ ਗੋਰਾ, ਇੱਕ ਕਾਲਾ, ਇੱਕ ਵੱਡਾ, ਇੱਕ ਛੋਟਾ, ਇੱਕ ਚੰਗਾ, ਇੱਕ ਮੰਦਾ, ਇੱਕ ਮਨਮੁਖ, ਇੱਕ ਗੁਰਮੁਖ। ਬਸ ਦੋ ਪੱਖ ਹੀ ਸਮਝਾਏ ਗਏ ਆ। ਜਿਹੜੇ ਗੁਰਮੁਖ ਲੋਕ ਆ, ਜਿਹੜੇ ਇਸ ਪੱਖ ਦੇ ਲੋਕ ਆ, ਮਹਾਰਾਜ ਸਮਝਾ ਰਹੇ ਹਨ, ਉਹ ਤੇਰੀ ਸਿਫਤ, ਤੇਰੀ ਵਡਿਆਈ ਪਹਿਲਾਂ ਵੀ ਕਰਦੇ ਆਏ ਆ, ਹੁਣ ਵੀ ਕਰ ਰਹੇ ਆ ਤੇ ਅੱਗੇ ਨੂੰ ਵੀ ਕਰਦੇ ਰਹਿਣਗੇ। ਕਹਿੰਦੇ ਕਹਿ ਕਹੇ ਕਹਿ ਜਾਵਹਿ। ਸਾਰੇ ਕਹਿੰਦੇ 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 ਇਸ ਤਰ੍ਹਾਂ ਪ੍ਰਚਾਰ ਕਰਦੇ ਕਰਦੇ ਤੇਰੇ ਪਿਆਰੇ ਗੁਰਮੁਖ ਪਿਆਰੇ ਪ੍ਰਮਾਤਮਾ ਵਾਹਿਗੁਰੂ ਚਲੇ ਗਏ। ਤੇਰੇ ਨਾਮ ਨਾਲ ਜੁੜਦੇ ਜੁੜਦੇ, ਤੇਰਾ ਪ੍ਰਚਾਰ ਕਰਦੇ ਕਰਦੇ ਤੈਨੂੰ ਵੱਡਾ ਕਹਿੰਦੇ ਕਹਿੰਦੇ ਚਲੇ ਗਏ। ਕੀ ਕਹਿੰਦੇ ਸੀ ਸਾਰੇ ਭਗਤ ਜਿੰਨੇ ਵੀ, ਸਾਰਿਆਂ ਨੇ ਕੀ ਕਿਹਾ? ਤੁਮ ਸਰ ਅਵਰ ਨਾ ਕੋਈ। ਹੇ ਪ੍ਰਮਾਤਮਾ ਤੇਰੇ ਬਰਾਬਰ ਕੋਈ ਨਹੀਂ। ਉਹ ਤਾਂ ਹੀ ਤਾਂ ਉਹਨੂੰ ਇੱਕ ਓੰਕਾਰ ਕਹੀਦਾ। ਜੇ ਉਹਦੇ ਬਰਾਬਰ ਦਾ ਹੋਵੇ ਨਾ, ਫਿਰ ਨਿਰਭਉ ਨਹੀਂ ਰਹਿ ਸਕਦਾ। ਉਹਨੂੰ ਭੈ ਹੋ ਜਾਣਾ ਵੀ ਮੇਰੇ ਬਰਾਬਰ ਆ ਰਿਹਾ, ਮੇਰੀ ਕੁਰਸੀ ਨੂੰ ਖਤਰਾ। ਫਿਰ ਉਹਨੇ ਭੈ 'ਚ ਆ ਜਾਣਾ। ਫਿਰ ਉਹ ਵੈਰ ਵੀ ਕਰੇਗਾ, ਨਿਰਵੈਰ ਨਹੀਂ ਹੋ ਸਕਦਾ। ਉਹ ਇੱਕੋ ਹੀ ਹੈ, ਉਹਦੇ ਬਰਾਬਰ ਕੋਈ ਨਹੀਂ। ਉਹਦੇ ਸਾਰੇ ਬੱਚੇ ਆ ਅਸੀਂ। ਇਸੇ ਕਰਕੇ ਉਹ ਦਿਆਲੂ ਆ, ਕਿਰਪਾਲੂ ਆ, ਨਿਰਭਉ ਆ, ਨਿਰਵੈਰ ਆ। ਉਹਦੇ ਬਰਾਬਰ ਕੋਈ ਨਹੀਂ। ਹੇ ਪ੍ਰਮਾਤਮਾ, ਹੇ ਵਾਹਿਗੁਰੂ, ਹੇ ਸੱਚੇ ਪਾਤਸ਼ਾਹ। ਪੁਰਾਣੇ ਜਿਹੜੇ ਗੁਰਮੁਖ ਪਿਆਰੇ ਸੀ ਉਹ ਵੀ ਇਹੀ ਕਹਿੰਦੇ ਗਏ ਆ, ਅਸੀਂ ਵੀ ਇਹੀ ਕਹਿੰਦੇ ਆ ਹੁਣ। ਤੇ ਅੱਗੇ ਨੂੰ ਜਿਹੜੇ ਗੁਰਮੁਖ ਹੋਣਗੇ, ਮਨਮੁਖ ਨਹੀਂ ਗੁਰਮੁਖ, ਜਿਹੜਾ ਗੁਰਮੁਖਾਂ ਵਾਲਾ ਪੱਖ ਆ, ਉਹ ਵੀ ਇਹੀ ਕਹੇਗਾ ਕਿ ਤੁਮ ਸਰ ਅਵਰ ਨਾ ਕੋਈ। ਹੇ ਪ੍ਰਮਾਤਮਾ ਤੇਰੇ ਕੌਤਕ, ਵਾਹ ਕਿਆ ਬਾਤਾਂ। ਕਿਵੇਂ ਦੁਨੀਆ ਚਲਾਈ ਆ, ਕਿਵੇਂ ਪਾਣੀ ਤੇ ਧਰਤੀ ਖੜਾਈ ਆ, ਕਿਵੇਂ ਚੰਦ ਸੂਰਜ ਦੀਵੇ ਬਣਾਏ ਆ, ਕਿਵੇਂ ਦਿਨ ਰਾਤ ਬਦਲ ਰਿਹਾ, ਕਿਵੇਂ ਆਕਸੀਜਨ ਅੰਦਰ ਜਾ ਰਹੀ ਆ, ਕਿਵੇਂ ਕਾਰਬਨ ਡਾਈਆਕਸਾਈਡ ਬਾਹਰ ਆ ਰਹੀ ਆ, ਕਿਵੇਂ ਦਰਖਤ ਪੈਦਾ ਕੀਤੇ, ਪ੍ਰਕਿਰਤੀ ਪੈਦਾ ਕੀਤੀ ਜਿਹੜੀ ਸਾਡੀ ਗੰਦਗੀ ਭਾਵ ਕਾਰਬਨ ਡਾਈਆਕਸਾਈਡ ਲਈ ਜਾਂਦੀ ਆ ਤੇ ਆਕਸੀਜਨ, ਵਧੀਆ ਹਵਾ, ਜੀਵਨ। ਇਸੇ ਕਰਕੇ ਜੀਵਨ ਕਿਹਾ ਵੱਧ ਤੋਂ ਵੱਧ ਦਰਖਤ ਲਾਓ ਭਾਈ। ਦਰਖਤਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਜੀ ਤੇ ਵਣ ਦੋਨਾਂ ਦਾ ਰਿਸ਼ਤਾ, ਮਨੁੱਖ ਤੇ ਦਰਖਤ ਦਾ, ਰੁੱਖ ਤੇ ਮਨੁੱਖ, ਇਹਨਾਂ ਦਾ ਰਿਸ਼ਤਾ ਬਹੁਤ ਗੂੜਾ ਹੈਗਾ। ਸਤਿਗੁਰੂ ਸੱਚੇ ਪਾਤਸ਼ਾਹ ਸਮਝਾ ਰਹੇ ਹਨ, ਐਸੇ ਤੇ ਕੌਤਕ ਦੇਖ ਕੇ ਮੱਲੋ ਮੱਲੀ ਮਨ ਕਹਿ ਉੱਠਦਾ, ਤੁਮ ਸਰ ਅਵਰ ਨਾ ਕੋਈ। ਤੇਰੇ ਬਰਾਬਰ ਕੋਈ ਨਹੀਂ ਮੇਰੇ ਪ੍ਰਮਾਤਮਾ ਵਾਹਿਗੁਰੂ ਜੀਓ। ਭਗਤ ਹੀਣ ਨਾਨਕ ਜਨ ਜੰਪੈ, ਹਉਸਲਾਹੀ ਸੱਚਾ ਸੋਈ। ਭਗਤ ਹੀਣ, ਦੇਖੋ ਨਿਮਰਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਭਗਤੀ ਦੇ ਵਿੱਚ ਪੂਰੇ ਸੀ, ਪਰ ਕੀ ਸਮਝਾ ਰਹੇ ਆ? ਸਾਨੂੰ ਮੂਰਖਾਂ ਨੂੰ ਸਿੱਖਿਆ ਦੇ ਰਹੇ ਆ ਕਿ ਐਂ ਨਹੀਂ ਸਮਝਣਾ ਮੈਂ ਬਹੁਤ ਵੱਡਾ ਭਗਤ ਹਾਂ, ਬਹੁਤ ਵੱਡਾ ਗਿਆਨੀ ਹਾਂ, ਬਹੁਤ ਵੱਡਾ ਸੰਤ ਹਾਂ। ਨਾ, ਇਹ ਗੱਲ ਨਹੀਂ ਸਮਝਣੀ। ਭਗਤ ਹੀਣ, ਇੰਨੀ ਨਿਮਰਤਾ ਤੇ ਸਿੱਖ ਦੇ ਵਿੱਚ ਕਿੰਨੀ ਹੋਣੀ ਚਾਹੀਦੀ ਹੈ ਜੇ ਕੋਈ ਗੁਰੂ ਨਾਨਕ ਦਾ ਸਿੱਖ ਹੋਵੇ। ਭਗਤ ਹੀਣ ਨਾਨਕ ਜਨ ਜੰਪੈ, ਹਉ ਸਲਾਹੀ ਸੱਚਾ ਸੋਈ। ਭਗਤੀ ਤੋਂ ਹੀਣਾ ਨਾਨਕ ਵੀ, ਹੇ ਵਾਹਿਗੁਰੂ ਤੇਰਾ ਨਾਮ ਹੀ ਜਪਦਾ। ਹਉ ਸਲਾਹੀ, ਮੈਂ ਉਹਦੀ ਹੀ ਸਲਾਹਨਾ ਕਰਦਾ ਹਾਂ। ਸੱਚਾ ਸੋਈ, ਉਹੀ ਸੱਚ ਦਾ ਰੂਪ ਹੈ, ਉਹੀ ਇੱਕੋ ਹੀ ਪ੍ਰਮਾਤਮਾ ਹੈ, ਇੱਕੋ ਹੀ ਵਾਹਿਗੁਰੂ ਹੈ। ਨਾਨਕ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪ੍ਰਮਾਣ ਕਰ ਰਹੇ ਹਨ ਕਿ ਮੈਂ ਵੀ ਉਸੇ ਦੀ ਸਲੋਤਾ ਕਰਦਾ ਹਾਂ, ਉਸੇ ਦੀ ਵਡਿਆਈ ਕਰਦਾ ਹਾਂ। ਤੇ ਅਸੀਂ ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਿੱਖ ਹਾਂ ਤਾਂ ਅਸੀਂ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਉਹ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੋ ਸਭ ਦੇ ਅੰਦਰ ਜੋਤ ਆ, ਸਾਰਿਆਂ ਨੂੰ ਮੌਕਾ ਉਸ ਜੋਤ ਨੂੰ ਜਗਾਉਣ ਦਾ। ਬਸ ਜਗੇ ਹੋਏ ਦੀਵੇ ਦੇ ਨਾਲ ਜੁੜ ਜਾਈਏ ਤੇ ਸਾਡਾ ਬੁਝਿਆ ਹੋਇਆ ਦੀਵਾ ਵੀ ਜਗ ਪਵੇਗਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਬਾਣੀ ਹੈ, ਇਹ ਭੰਡਾਰ ਹੈ ਰੋਸ਼ਨੀ ਦਾ, ਗਿਆਨ ਦਾ। ਤੇ ਇਹਨਾਂ ਦੇ ਨਾਲ ਜੁੜੋ ਤੇ ਉਹਨਾਂ ਗੁਰਮੁਖ ਪਿਆਰਿਆਂ ਦੇ ਨਾਲ ਜੁੜੋ ਜਿਹੜੇ ਗੁਰਬਾਣੀ ਦੇ ਨਾਲ ਜੋੜਦੇ ਆ। ਇਹ ਧਿਆਨ ਰੱਖਣਾ ਭਾਈ, ਗੁਰਬਾਣੀ ਤੋਂ ਪਰੇ ਨਾ ਕਰਦੇ ਹੋਣ, ਗੁਰਬਾਣੀ ਦੇ ਨਾਲ ਜੋੜਦੇ ਹੋਣ, ਉਹਨਾਂ ਨਾਲ ਜੁੜੋ। ਤੇ ਜਾਂ ਭਾਈ ਆਪ ਗੁਰਬਾਣੀ ਨੂੰ ਪੜ੍ਹੋ, ਸੁਣੋ, ਸਮਝੋ ਤੇ ਆਪਣੇ ਬੱਚਿਆਂ ਨੂੰ ਵੀ ਅੱਗੇ ਪੜ੍ਹਾਓ। ਸਭ ਤੋਂ ਵੱਡੀ ਸਾਡੇ ਸਿੱਖ ਧਰਮ ਦੇ ਵਿੱਚ ਘਾਟ ਦੀ ਨਿਸ਼ਾਨੀ ਇਹੀ ਹੈ
ਕਿ ਅਸੀਂ ਗੁਰੂ ਤੋਂ ਦੂਰ ਹੋ ਗਏ, ਬਾਣੀ ਤੋਂ ਦੂਰ ਹੋ ਗਏ। ਮਹਾਰਾਜ ਨੇ ਸਮਝਾਇਆ ਸੀ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਕਿੰਨਾ ਸੋਹਣਾ ਬੱਚਿਆਂ ਵਾਂਗੂ ਮਨ ਰੂਪੀ ਬੱਚੇ ਨੂੰ ਗੁਰੂ ਪਿਤਾ ਜੀ ਸਮਝਾ ਰਹੇ ਹਨ। ਬਾਹਰ ਅੰਦਰ ਨਾ ਤੁਰਿਆ ਫਿਰ, ਬਾਹਰਲੀਆਂ ਬਿਰਤੀਆਂ ਸੁਰਤੀਆਂ ਰੋਕ ਤੇ ਅੰਦਰ ਨੂੰ ਚੱਲ। ਅੰਦਰਲੀ ਦੁਨੀਆ, ਅੰਦਰਲਾ ਖਾਨਾ ਵੀ ਖੋਲ੍ਹ ਕੇ ਦੇਖ ਲਾ। ਓਏ ਅੰਦਰ ਤਾਂ ਤੇਰੇ ਮਹਿਮਾਨ ਆਏ ਬੈਠੇ ਆ, ਤੂੰ ਬਾਹਰ ਤੁਰਿਆ ਫਿਰਦਾ। ਓਏ ਤੂੰ ਰਾਜਾ ਹੋ ਕੇ ਮੰਗਤਾ ਬਣਿਆ ਫਿਰਦਾ, ਕਦੇ ਉਹਦੇ ਮੂਹਰੇ ਹੱਥ ਅੜਦਾ, ਕਦੇ ਉਹਦੇ ਮੂਹਰੇ ਹੱਥ ਅੜਦਾ। ਓਏ ਹੱਥ ਅੱਡਣੇ ਆ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੂਹਰੇ ਅੱਡ, ਜਿੱਥੇ ਰਾਜੇ ਮਹਾਰਾਜੇ ਵੀ ਇਹਦੇ ਅੱਗੇ ਹੱਥ ਅੜਦੇ ਆ, ਇਹ ਤੋਂ ਹੀ ਪ੍ਰਾਪਤ ਕਰਦੇ ਆ। ਜਿਵੇਂ ਗੁਰਮੁਖ ਪਿਆਰਿਓ, ਕੋਈ ਰਾਜਾ ਸੀ। ਰਾਜਾ ਜਦੋਂ ਜੰਗਲ ਦੇ ਵਿੱਚ ਗਿਆ, ਉਹਨੂੰ ਪਿਆਸ ਬਹੁਤ ਜ਼ਿਆਦਾ ਲੱਗੀ ਹੋਈ ਸੀਗੀ, ਜਾਣੀ ਕਿ ਮਰਨ ਦੇ ਕਿਨਾਰੇ ਹੋਇਆ ਪਿਆ ਸੀ ਪਿਆਸ ਦੇ ਨਾਲ। ਅਤੇ ਉੱਥੇ ਕਿਸੇ ਜ਼ਿਮੀਂਦਾਰ ਨੂੰ ਮਿਲ ਗਿਆ, ਉਹਦੇ ਕੋਲ ਘੜਾ ਪਾਣੀ ਦਾ ਸੀ ਅਤੇ ਕਹਿੰਦਾ ਵੀ ਮੈਨੂੰ ਪਾਣੀ ਪਿਆ। ਉਸ ਜ਼ਿਮੀਂਦਾਰ ਨੇ ਉਹਨੂੰ ਪਾਣੀ ਪਿਆਇਆ। ਸਾਹ ਦੇ ਵਿੱਚ ਸਾਹ ਆਇਆ। ਜਦੋਂ ਅੱਖ ਉੱਤੇ ਕਰਕੇ ਦੇਖਿਆ ਤਾਂ ਉਹਨੂੰ ਕਹਿੰਦਾ, ਲੈ ਬਈ ਗੁਰਮੁਖਾ, ਮੈਂ ਆ ਇੱਥੋਂ ਦਾ ਰਾਜਾ, ਅਤੇ ਜਦੋਂ ਵੀ ਕਿਤੇ ਲੋੜ ਪਵੇ ਨਾ ਮੇਰੇ ਕੋਲ ਆ ਜੀ, ਕਿਸੇ ਵੀ ਚੀਜ਼ ਦੀ ਤੂੰ ਅੱਜ ਮੇਰੀ ਜਾਨ ਬਚਾਈ ਹੈ। ਅਤੇ ਸਮਾਂ ਕੁਝ ਇਸੇ ਤਰ੍ਹਾਂ ਲੰਘਦਾ ਗਿਆ। ਇੱਕ ਵਾਰੀ ਉਹ ਜ਼ਿਮੀਂਦਾਰ ਨੂੰ ਕਿਤੇ ਤੰਗੀ ਫੰਗੀ ਦੇ ਵਿੱਚ 4 ਛਿੱਲੜਾਂ ਦੀ ਲੋੜ ਪੈ ਗਈ, ਤਾਂ ਉਹਨੂੰ ਚਾਰੇ ਪਾਸੇ ਜਦੋਂ ਚੂੜੀ ਟੈਟ ਹੋ ਗਈ, ਘਰ ਦੇ ਵੀ ਕਹਿਣ ਲਿਆ ਕਿਤੋਂ, ਜਿੱਥੋਂ ਮਰਜ਼ੀ ਲਿਆ, ਮੁਖੀ ਆ, ਕਿਉਂ ਹੁਣ ਬੱਚਿਆਂ ਨੂੰ ਕਿੱਥੋਂ ਖਵਾਈਏ। ਅਤੇ ਘਰ ਵਾਲੀ ਵੀ ਇਸ ਤਰ੍ਹਾਂ ਕਹਿਣ ਲੱਗ ਗਈ, ਕੰਮਕਾਰ ਕੋਈ ਨਾ ਕੋਈ ਕਰ ਕੋਈ ਜੁਗਾੜ ਲਾ। ਤਾਂ ਉਹਦੇ ਮਨ 'ਚ ਵਿਚਾਰੇ ਦੇ ਆ ਗਿਆ ਵੀ ਰਾਜਾ ਕਹਿੰਦਾ ਸੀ ਕੇਰਾਂ ਜਦੋਂ ਮਰਜ਼ੀ ਆ ਜੀ, ਉਸੇ ਕੋਲ ਹੀ ਚੱਲਦੇ ਆ। ਉਹ ਚਲਿਆ ਗਿਆ। ਜਦੋਂ ਜਾ ਕੇ ਉਹਨਾਂ ਦੇ ਦਰਬਾਰ ਵਾਲਿਆਂ ਨੂੰ ਕਹਿੰਦਾ ਮੈਨੂੰ ਰਾਜੇ ਨਾਲ ਮਿਲਾ ਦਿਓ। ਪਹਿਲਾਂ ਤਾਂ ਜਾਣ ਹੀ ਨਹੀਂ ਦਿੰਦੇ ਸੀ, ਹੌਲੀ ਹੌਲੀ ਸੁਨੇਹਾ ਦਿੱਤਾ ਅਤੇ ਦੱਸਿਆ, ਮੈਂ ਉਹ ਬੰਦਾ ਜਿਹਨੇ ਰਾਜਾ ਤੇਰੀ ਜਾਨ ਬਚਾਈ ਸੀ। ਕਹਿੰਦੇ ਵੀ ਉਹਨੂੰ ਅੰਦਰ ਆ ਕੇ ਬਿਠਾ ਦਿਓ, ਪਰ ਮਿਲੂੰਗਾ ਮੈਂ ਅੱਧੇ ਘੰਟੇ ਬਾਅਦ। ਤਾਂ ਉਹ ਅੰਦਰ ਬਹਿ ਗਿਆ। ਕੀ ਦੇਖਦਾ, ਰਾਜਾ ਤਿਆਰ ਬਰ ਤਿਆਰ ਹੋ ਕੇ ਇਸ਼ਨਾਨ ਪਾਣੀ ਕਰਕੇ ਭਜਨ ਬੰਦਗੀ ਦੇ ਵਿੱਚ ਜੁੜ ਗਿਆ। ਅਤੇ ਜਦੋਂ ਭਜਨ ਬੰਦਗੀ ਕਰਦੇ ਨੇ ਦੋਨੋਂ ਹੱਥ ਉੱਪਰ ਨੂੰ ਕੀਤੇ, ਇਸ ਤਰ੍ਹਾਂ ਉਹਦੀ ਇਬਾਦਤ ਕਰ ਰਿਹਾ ਸੀ, ਉਹ ਤੋਂ ਮੰਗ ਰਿਹਾ ਸੀ। ਬਿਲ ਵਿੱਚ ਦੀ ਉਸ ਜ਼ਿਮੀਂਦਾਰ ਨੇ ਦੇਖਿਆ ਤਾਂ ਪੁੱਛਿਆ, ਜਦੋਂ ਨਮਾਜ਼ ਖਤਮ ਹੋ ਗਈ ਤਾਂ ਗੱਲਬਾਤ ਚੱਲੀ, ਤਾਂ ਪੁੱਛਿਆ ਵੀ ਰਾਜਾ ਇੱਕ ਗੱਲ ਦੱਸ ਵੀ ਤੂੰ ਹੱਥ ਉੱਤੇ ਨੂੰ ਕਰਕੇ ਕੀ ਮੰਗ ਰਿਹਾ ਸੀ, ਤੂੰ ਤਾਂ ਰਾਜਾ, ਤੂੰ ਤਾਂ ਲੋਕਾਂ ਨੂੰ ਦੇਣ ਵਾਲਾ। ਉਹ ਕਹਿੰਦਾ ਨਹੀਂ, ਉਹ ਰਾਜਾਨ ਰਾਜ ਭਾਨਨ ਭਾਨ ਦੇਵਾਨ ਦੇਵ ਉਪਮਾ ਮਹਾਨ। ਉਹ ਰਾਜਿਆਂ ਦਾ ਰਾਜਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਆ। ਜੋ ਮੈਂ ਜਨਤਾ ਨੂੰ ਆਪਣੀ ਨੂੰ ਪਿਆਰ ਕਰਦਾ, ਦਾਤਾਂ ਦਿੰਦਾ, ਮੈਂ ਉਸੇ ਪ੍ਰਮਾਤਮਾ ਤੋਂ ਲੈ ਕੇ ਦਿੰਦਾ। ਤਾਂ ਉਹ ਜ਼ਿਮੀਂਦਾਰ ਕਹਿੰਦਾ, ਬਸ ਰਾਜਾ ਮੇਰੀ ਅੱਖ ਖੁੱਲ੍ਹ ਗਈ। ਬੰਦ ਅੱਖ ਨੇ ਪਤਾ ਨਹੀਂ ਕਦੋਂ ਖੁੱਲ੍ਹ ਜਾਣਾ, ਕਿਹਦਾ ਸਮਾਂ ਆ ਜਾਣਾ। ਆਹ ਸਮਾਂ ਸਤ ਸੰਗਤ ਦੇ ਵਿੱਚ ਇਹੀ ਹੁੰਦਾ, ਜਿਹੜਾ ਸਾਡੀ ਨੀਂਦ ਤੋਂ ਜਾਗ ਪਈਏ। ਉਸ ਜ਼ਿਮੀਂਦਾਰ ਨੂੰ ਜਿਹੜੀ ਨੀਂਦ ਆਈ ਹੋਈ ਸੀ, ਜਿਹੜਾ ਰਾਜੇ ਤੋਂ ਮੰਗਣ ਗਿਆ ਸੀ, ਕਹਿੰਦਾ ਹੁਣ ਮੈਂ ਤੇਤੋਂ ਨਹੀਂ ਮੰਗਣਾ, ਹੁਣ ਮੈਂ ਉਸੇ ਤੋਂ ਮੰਗੂ ਜੀ ਤੋਂ ਤੂੰ ਮੰਗਦਾ। ਇਸੇ ਕਰਕੇ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਦੀ ਇਬਾਦਤ ਕਰਨ ਦੀ ਗੱਲ ਕੀਤੀ ਹੈ, ਉਸੇ ਦੀ ਭਜਨ ਬੰਦਗੀ ਦੀ ਗੱਲ ਕੀਤੀ ਹੈ, ਜਿਹੜਾ ਇੱਕ ਰਸ ਵਿਆਪਕ ਆ, ਇੱਕ ਓੰਕਾਰ ਆ, ਸਭ ਦਾ ਮਾਲਕ ਆ। ਦੁਨੀਆ ਨੂੰ ਛੱਡ ਕੇ, ਕਰਮ ਕਾਂਡਾਂ ਨੂੰ ਛੱਡ ਕੇ ਮੇਰੇ ਮਨਾ ਉਹ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਜੁੜ ਜਾ। ਵਾਹਿਗੁਰੂ ਦੇ ਨਾਲ ਜੁੜਨ ਦਾ ਤਰੀਕਾ ਕੀ ਹੈ, ਕਿਵੇਂ ਅਸੀਂ ਉਹਦੇ ਪ੍ਰਮਾਤਮਾ ਨਾਲ ਜੁੜ ਸਕਦੇ ਹਾਂ, ਤਾਂ ਸਾਨੂੰ ਇਹ ਵੀ ਸਮਝਾਇਆ ਗਿਆ ਕਿ ਗੁਰ ਪਰਮੇਸ਼ਰ ਇੱਕੋ ਜਾਣ। ਤੂੰ ਭਾਈ ਗੁਰੂ ਨਾਲ ਜੁੜਨਾ, ਗੁਰੂ ਨੇ ਤੇਰੀ ਸਫਾਈ ਕਰਨੀ ਆ। ਜਿਵੇਂ ਕੋਈ ਬੱਚਾ ਸੀ, ਬੱਚਾ ਜਿੱਦ ਕਰਨ ਲੱਗ ਗਿਆ, ਕਹਿੰਦਾ ਮੈਂ ਪਿਤਾ ਦੀ ਬੁੱਕਲ ਦੇ ਵਿੱਚ ਜਾ ਕੇ ਬਹਿਣਾ। ਪਿਤਾ ਚਿੱਟੇ ਕੱਪੜੇ ਪਾਈ ਸੱਥ ਦੇ ਵਿੱਚ ਬੈਠਾ ਸੀ ਅਤੇ ਬੱਚਾ ਲਿਬੜਿਆ ਸੀ। ਅਤੇ ਜਦੋਂ ਜਿੱਦ ਕਰਨ ਲੱਗ ਗਿਆ, ਮਾਂ ਕਹਿੰਦੀ ਐਂ ਨਹੀਂ ਮੈਂ ਤੈਨੂੰ ਜਾਣ ਦੇਣਾ,
ਤੇਰਾ ਪਿਓ ਬੰਦਿਆਂ ਦੇ ਵਿੱਚ ਬੈਠਾ, ਉਹਦੇ ਕੱਪੜੇ ਖਰਾਬ ਕਰ ਦੇਂਗਾ ਤੇ ਆਪ ਪਹਿਲਾਂ ਤੈਨੂੰ ਨਮਾ ਧਮਾ ਦੇਵਾਂ। ਬੱਚਾ ਨਮਾਤਾ, ਉਹਦੀ ਜੂੜੀ ਜਾੜੀ ਕਰਤੀ, ਕਾਲਾ ਜਿਹਾ ਟਿੱਕਾ ਲਾਤਾ ਤੇ ਮਾਂ ਨੇ ਕਹਿੰਦੀ ਜਾ ਹੁਣ ਚਲਿਆ ਜਾ। ਉਹ ਪਿਤਾ ਦੀ ਬੁੱਕਲ ਦੇ ਵਿੱਚ ਜਾ ਕੇ ਮੌਜ ਨਾਲ ਖੇਡ ਰਿਹਾ। ਉਹ ਬੱਚਾ ਕੌਣ ਆ? ਉਹ ਬੱਚਾ ਮੇਰਾ ਮਾਨ ਆ, ਸਾਡੇ ਸਾਰਿਆਂ ਦੇ ਮਾਨ ਆ। ਉਹ ਮਾਂ ਕੌਣ ਆ? ਮਾਂ ਗੁਰਬਾਣੀ। ਗੁਰਬਾਣੀ ਮਾਂ ਦੇ ਨਾਲ ਜੁੜੋ। ਗੁਰਬਾਣੀ ਮਾਂ ਮਨ ਰੂਪੀ ਬੱਚੇ ਨੂੰ ਸੰਵਾਰ ਕੇ ਪਿਤਾ ਜੀ ਦੀ, ਪਿਤਾ ਪਰਮਾਤਮਾ ਦੀ ਬੁੱਕਲ ਦੇ ਵਿੱਚ ਬਿਠਾ ਦੇਵੇਗੀ। ਭਾਵ ਗੁਰੂ ਦੇ ਨਾਲ ਜੁੜੋ, ਪਰਮਾਤਮਾ ਦੇ ਨਾਲ ਜੁੜ ਜਾਵਾਂਗੇ, ਵਾਹਿਗੁਰੂ ਦੇ ਨਾਲ ਜੁੜ ਜਾਵਾਂਗੇ। ਗੁਰੂ ਤੋਂ ਬਿਨਾਂ ਗਿਆਨ ਨਹੀਂ ਭਾਈ, ਗੁਰੂ ਤੋਂ ਬਿਨਾਂ ਗੱਲ ਨਹੀਂ ਬਣਨੀ। ਗੁਰੂ ਦੇ ਨਾਲ ਜੁੜਨਾ ਬਹੁਤ ਹੀ ਜ਼ਰੂਰੀ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦਾ ਖਜ਼ਾਨਾ ਹਨ, ਨਾਮ ਦਾ ਖਜ਼ਾਨਾ ਹਨ। ਆਪਾਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਖਜ਼ਾਨੇ ਦੇ ਨਾਲ ਜੁੜਨਾ ਭਾਈ। ਤੇ ਇਹ ਖਜ਼ਾਨਾ ਸਾਰਿਆਂ ਦਾ ਸਾਡਾ ਸਾਂਝਾ ਖਜ਼ਾਨਾ ਹੈ, ਸਾਰੇ ਸਿੱਖਾਂ ਦਾ ਖਜ਼ਾਨਾ ਹੈ। ਤੇ ਇਸ ਖਜ਼ਾਨੇ ਨਾਲ ਜੁੜਨਾ ਭਾਵ ਗੁਰਬਾਣੀ ਨਾਲ ਜੁੜਨਾ, ਆਪ ਵੀ ਗੁਰਬਾਣੀ ਨਾਲ ਜੁੜਨਾ ਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜਨਾ। ਤੇ ਹੋਰਾਂ ਕੋਲੇ ਵੀ, ਹੋਰ ਧਰਮਾਂ ਵਾਲਿਆਂ ਕੋਲੇ ਵੀ, ਜਿੱਥੇ ਵੀ ਦੇਖੋ, ਜਿਵੇਂ ਕਿਸੇ ਗੱਲ ਤੋਂ ਪ੍ਰਭਾਵਿਤ ਹੋ ਜਾਂਦਾ ਬੰਦਾ, ਪਾਰਟੀ ਤੋਂ ਪ੍ਰਭਾਵਿਤ ਹੋ ਜਾਂਦਾ, ਅਕਾਲੀ ਦਲ ਤੋਂ ਪ੍ਰਭਾਵਿਤ ਹੋਇਆ ਬੰਦਾ ਜਿੱਥੇ ਵੀ ਮੌਕਾ ਮਿਲਦਾ ਅਕਾਲੀ ਦਲ ਦੀ ਗੱਲ ਕਰੇਗਾ। ਕਾਂਗਰਸ ਤੋਂ ਪ੍ਰਭਾਵਿਤ ਹੋਇਆ ਬੰਦਾ ਜਿੱਥੇ ਵੀ ਮੌਕਾ ਮਿਲਦਾ ਆਪਣੀ ਪਾਰਟੀ ਦੀ ਗੱਲ ਕਰੇਗਾ। ਕੇਜਰੀਵਾਲ ਤੋਂ ਪ੍ਰਭਾਵਿਤ ਹੋਇਆ ਬੰਦਾ ਆਪ ਪਾਰਟੀ ਦੀ ਗੱਲ ਕਰੇਗਾ। ਇਸੇ ਤਰ੍ਹਾਂ ਹੋਰ ਪਾਰਟੀਆਂ। ਤੇ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਪ੍ਰਭਾਵਿਤ ਹੋਇਆ ਬੰਦਾ ਗੁਰਬਾਣੀ ਦੀ ਗੱਲ ਕਰੇਗਾ, ਗੁਰੂ ਦੀ ਗੱਲ ਕਰੇਗਾ। ਸੋ ਵੱਧ ਤੋਂ ਵੱਧ ਇਹੀ ਹੱਥ ਜੋੜ ਕੇ ਬੇਨਤੀ ਆ ਭਾਈ, ਇਸ ਖਜ਼ਾਨੇ ਤੋਂ ਵਾਂਝੇ ਨਾ ਰਹਿ ਜਾਈਏ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਖੂਟ ਤੋਲ। ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੈ ਵੱਧ ਹੋ ਜਾਈ। ਰਲ ਮਿਲ ਕੇ ਬਸ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਹੁੰਦੇ ਆ। ਜੋ ਮੇਰੇ ਵਰਗਾ ਤਾਂ ਇੱਕ ਸਪੀਕਰ ਦਾ ਕੰਮ ਆ ਵੀ ਗੁਰਬਾਣੀ ਦੇ ਗਿਆਨ ਨੂੰ ਅੱਗੇ ਦੱਸ ਦੇਣਾ। ਜਿਵੇਂ ਨਿਊਟਨ ਦੇ ਨਿਯਮ ਹੁੰਦੇ ਆ, ਪੜ੍ਹਾ ਪ੍ਰੋਫੈਸਰ ਰਿਹਾ ਹੁੰਦਾ, ਪ੍ਰੋਫੈਸਰ ਵੀ ਸਤਿਕਾਰਯੋਗ ਹੁੰਦਾ, ਪਰ ਨਿਯਮ ਆ ਜਿਹੜੇ ਉਹ ਨਿਊਟਨ ਦੇ ਹੁੰਦੇ ਆ। ਇਸੇ ਤਰ੍ਹਾਂ ਜਿਹੜਾ ਵੀ ਸਾਨੂੰ ਸ਼ਬਦ ਦੀ ਵਿਚਾਰ ਕਰਕੇ ਸੁਣਾ ਰਿਹਾ, ਸਹੀ ਸੁਣਾ ਰਿਹਾ, ਉਹ ਸਤਿਕਾਰਯੋਗ ਆ। ਪਰ ਫਿਰ ਵੀ ਜੋ ਵੀ ਗਿਆਨ ਧਿਆਨ ਆ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਜੇ ਇੱਕ ਵੀ ਗੱਲ ਵਿਚਾਰ ਕਰਦਿਆਂ ਚੰਗੀ ਲੱਗੀ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਓ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਿਓ। ਅਗਰ ਕੋਈ ਗੱਲ ਸਮਝ ਨਾ ਲੱਗੀ ਹੋਵੇ ਤਾਂ ਮੇਰੀ ਸਮਝ ਕੇ, ਮੈਂ ਸਮਝਾ ਨਹੀਂ ਸਕਿਆ, ਸਮਝ ਕੇ ਮੈਨੂੰ ਮਾफ़ ਕਰ ਦਿਓ। ਭੁੱਲਾਂ ਚੁੱਕਾਂ ਦੀ ਮਾफ़ੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।